दिल्ली पुलिस एजिटेशन में क्या क्या कर रही है उसका एक सबूत आज आपको दिखाएंगे। एक घर में मौजूद हैं, ये बेगोवाल गांव है दोराहा के पास पंजाब के अंदर, जहां के एक नौजवान जिसको पुलिस 26 तारीख की रात को उठाती है और उसके साथ क्या क्या हुआ वहां पे जब सुनेंगे तो पता चलेगा कि आखिरकार जिनको खालिस्तानी आतंकवादी बताया जा रहा है वो लोग कौन हैं और जो पुलिस कर रही है पुलिस कौन है। ये घर है, ये वो नौजवान है, ये उसकी माँ है, इनसे बात करेंगे। लेकिन एक बार पहले ये घर देख लो। यहां आपको कुर्सियां नजर नहीं आएंगी, बेसिक कम्युनिटीज नहीं है इस घर में, और वो नौजवान इनको खालिस्तानी आतंकवादी और पता नहीं क्या क्या लगते हैं। ਮੇਰੇ ਸਾਰੇ ਇੱਥੇ ਸਟicker ਲੱਗਿਆ ਹੋਇਆ ਸੀਗਾ ਨੋ ਫਾਰਮਰ ਨੋ ਫੂਡ, ਤੇ ਮੈਨੂੰ ਕਹਿੰਦੇ ਵੀ ਤੂੰ ਇਹ ਸਟicker ਲਾ। ਮੈਂ ਕਿਹਾ ਵੀ ਸਰ ਮੈਂ ਸਟicker ਨਹੀਂ ਲਾ ਸਕਦਾ। ਕਹਿੰਦੇ ਕਾਰਨ? ਮੈਂ ਕਿਹਾ ਸਰ ਦੇਖੋ ਵੀ ਇਹ ਨੇ ਸਰਦਾਰ, ਇਹਨਾਂ ਦੀ ਦਸਤਾਰ ਤੋਂ ਪਛਾਣ ਆਉਂਦੀ ਆ ਵੀ ਇਹ ਕਿਸਾਨ ਨੇ। ਮੈਂ ਕਿਹਾ ਜੀ ਮੇਰੀ ਪਛਾਣ ਤਾਂ ਇਹੀ ਆ, ਮੈਨੂੰ ਤਾਂ ਇੱਥੋਂ ਹੀ ਪਤਾ ਲੱਗ ਸਕਦਾ ਵੀ ਮੈਂ ਕਿਸਾਨ ਦਾ ਪੁੱਤ ਇੱਕ। ਤੇ ਉਹ ਕਹਿੰਦੇ ਵੀ ਇਹ ਤਾਂ ਤੈਨੂੰ ਲਾਉਣਾ ਹੀ ਪੈਣਾ। ਮੈਂ ਕਿਹਾ ਨਹੀਂ ਸਰ ਮੈਂ ਇਹ ਨਹੀਂ ਲਾ ਸਕਦਾ ਹੈਗਾ। ਤੇ ਫਿਰ ਉਹ ਕਹਿੰਦੇ ਅਸੀਂ ਲਾਉਣਾ ਜਾਣਦੇ ਹਾਂ। ਤੇ ਫਿਰ ਸਰ ਇੱਕ ਪੁਲਿਸ ਵਾਲੇ ਨੇ ਮੇਰਾ ਹੱਥ ਮਰੋੜ ਕੇ ਪਿੱਛੇ ਕਰ ਲਿਆ ਤੇ ਦੂਜੇ ਨੇ ਇੱਥੇ ਪਟਾ ਮਾਰਿਆ ਤੇ ਫਿਰ ਉਹਨਾਂ ਨੇ ਮੇਰਾ ਸਟicker ਐ ਪਾੜਤਾ। ਮੈਂ ਸਟicker ਜਿਹਾ ਮੇਰਾ ਪਾੜਿਆ ਸਰ, ਤੇ ਮਤਲਬ ਮੇਰੇ ਇੱਕਦਮ ਅੱਖਾਂ 'ਚ ਪਾਣੀ ਆ ਗਿਆ। ਤੇ ਫਿਰ ਮੈਨੂੰ ਦਿਲ ਨੂੰ ਬੋਲਿਆ, ਮੈਂ ਕਿਹਾ ਸਰ, ਮੈਂ ਕਿਹਾ ਤੁਸੀਂ ਇਹ ਮੇਰਾ ਜਿਹੜਾ ਸੀਗਾ ਜੋ ਵੀ ਤੁਸੀਂ ਸਟicker ਇੱਥੋਂ ਪਾੜਤਾ, ਕੀ ਤੁਸੀਂ ਮੇਰੇ ਦਿਲ ਤੋਂ ਪਾੜ ਸਕਦੇ ਹੋ? ਮਾਣ ਮਹਿਸੂਸ ਹੁੰਦਾ ਜੀ, ਮਾਣ ਮਹਿਸੂਸ ਹੁੰਦਾ ਵੀ ਚਲੋ ਵੀ ਹੋਰਾਂ ਲੋਕਾਂ ਨਾਲ ਵੀ ਤਾਂ ਇੰਨੀ ਹੋਈ ਆ, ਜੇ ਸਾਡਾ ਇੰਨਾ ਯੋਗਦਾਨ ਪੈਣ ਨਾਲ ਵੀ ਵਿਚਾਰੇ ਕਿਸਾਨਾਂ ਦਾ ਕੁਝ ਬਣ ਜਾਵੇ ਤਾਂ ਅਸੀਂ ਬਹੁਤ ਵੱਡੇ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ ਜੀ। ਕਹਿੰਦੇ ਤੁਸੀਂ ਤਾਂ ਕਹਿੰਦੇ ਕਿਸਾਨ ਹੈ ਨਹੀਂ, ਤੁਸੀਂ ਤਾਂ ਖਾਲਿਸਤਾਨ ਮੰਗਦੇ ਫਿਰਦੇ ਹੋ। ਮੈਂ ਕਿਹਾ ਸਰ, ਮੈਂ ਕਿਹਾ ਖਾਲਿਸਤਾਨ ਦੀ ਗੱਲ ਹੀ ਨਹੀਂ ਹੋ ਰਹੀ ਜੀ, ਇੱਥੇ ਕਿਸਾਨੀ ਦੀ ਗੱਲ ਹੋ ਰਹੀ ਆ। ਮੈਨੂੰ ਕਹਿੰਦੇ ਤੇਰਾ ਕਿਸਾਨੀ ਕੀੜਾ ਕੱਢਦੇ ਆ, ਅੱਜ ਸਾਰੇ ਥਾਣੇ ਦੀ ਸਫਾਈ ਤੇਤੋਂ ਕਰਾਉਣੀ ਆ। ਇੱਕ ਵੀ % ਮੇਰਾ ਕੋਈ ਕਸੂਰ ਦੱਸ ਦਿਓ, ਮੈਂ ਖਾਣ ਨੂੰ ਤਿਆਰ ਹਾਂ। ਤੇ ਉਹਨਾਂ ਨੇ ਮੇਰੇ ਇੱਥੇ ਰਿਵਾਲਵਰ ਲਾ ਲਿਆ ਜੀ, ਪੁਲਿਸ ਵਾਲੇ ਨੇ। ਕਹਿੰਦਾ ਜੇ ਤੂੰ ਲੰਬਾ ਨਹੀਂ ਪੈਂਗਾ ਮੈਂ ਗੋਲੀ ਮਾਰ ਦੂੰ। ਮੈਂ ਕਿਹਾ ਸਰ ਗੋਲੀ ਮਾਰ ਦਿਓ। ਕਹਿੰਦਾ ਤੂੰ ਡਰਦਾ ਨਹੀਂ ਹੈਗਾ ਮਰਨ ਤੋਂ? ਮੈਂ ਕਿਹਾ ਸਰ ਮਰਨ ਤੋਂ ਡਰਦਾ ਤਾਂ ਹੈ ਨਹੀਂਗਾ। ਮੈਂ ਕਿਹਾ ਪਰ ਜਦ ਬਿਨਾਂ ਕਸੂਰ ਤੋਂ ਮੈਂ ਕੁੱਟ ਖਾਊਂਗਾ, ਇਹਦੇ ਨਾਲੋਂ ਤਾਂ ਮੈਂ ਮਰਨਾ ਚੰਗਾ ਵਾ। ਤੇ ਜਦ ਸਰ ਮੈਂ ਜੁੱਤੀ ਪਾਉਣ ਲੱਗਿਆ, ਮੇਰੀ ਜੁੱਤੀ ਪੈ ਨਹੀਂ ਰਹੀ ਸੀ। ਹਾਲਾਂਕਿ ਜਦ ਮੈਂ ਪਹਿਲਾਂ ਲਈ ਉਹ ਮੇਰੇ ਖੁੱਲੀ ਸੀ। ਉਹਨਾਂ ਨੇ ਜਦ ਮੈਨੂੰ ਇੰਨਾ ਕੁੱਟਿਆ, ਮੇਰੇ ਯਾਨੀ ਕਿ ਪੈਰ ਸੁੱਜ ਗਏ, ਮੇਰੀ ਜੁੱਤੀ ਪੈ ਨਹੀਂ ਰਹੀ ਸੀਗੀ ਪੈਰਾਂ ਦੇ ਵਿੱਚ। ਤੇ ਸਰ ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ, ਮੈਂ ਕਿਹਾ ਸਰ ਮੇਰੇ ਪੈਰ ਸੁੱਜ ਗਏ ਵੀ ਮੇਰੇ ਤੋਂ ਤੁਰ ਨਹੀਂ ਹੋਣਾ, ਮੇਰੇ ਤੋਂ ਸਫਾਈ ਨਹੀਂ ਹੋਣੀ, ਵੀ ਤੁਸੀਂ ਪਲੀਜ਼ ਇੱਦਾਂ ਨਾ ਕਰੋ, ਵੀ ਪਲੀਜ਼ ਛੱਡ ਦਿਓ ਸਾਨੂੰ, ਵੀ ਸਾਡੀ ਕੋਈ ਗਲਤੀ ਨਹੀਂ ਹੈਗੀ, ਜੇ ਸਾਡੀ ਗਲਤੀ ਸਾਨੂੰ ਤਾਂ ਦੱਸੋ। ਉਹ ਕਹਿੰਦੇ ਪੈਰੇ ਸੁੱਜੇ, ਹੱਥ ਤਾਂ ਨਹੀਂ ਸੁੱਜੇ? ਮੈਂ ਕਿਹਾ ਨਹੀਂ ਜੀ। ਕਹਿੰਦੇ ਦਿਖਾਈ ਤਾਂ ਮੈਂ ਐਂ ਦਿਖਾਉਣ ਲੱਗਿਆ, ਉਹਨਾਂ ਨੇ ਮੇਰੇ ਫੇਰ ਹੱਥਾਂ 'ਤੇ ਪਟਾ ਮਾਰਿਆ ਜੀ। ਬਈ ਠਾਲੋ ਇਹਨੂੰ, ਫੇਰ ਠਾਲੋ, ਵੀ ਰੋ ਰਿਹਾ ਏ ਇਹਨੂੰ ਫੇਰ ਠਾਲੋ। ਉਹਨਾਂ ਨੇ ਮੈਨੂੰ ਫੇਰ ਠਾਲ ਕੇ ਬਿਠਾ ਲਿਆ। ਮੈਨੂੰ ਕਹਿੰਦੇ ਤੂੰ ਹੁਣ ਕਿੱਧਰ ਰੋਣਾ? ਕਹਿੰਦੇ ਹੁਣ ਕਿਸਾਨੀ ਕੀੜਾ ਨਿਕਲ ਗਿਆ ਤੇਰਾ। ਮੈਂ ਕਿਹਾ ਸਰ ਮੇਰੇ ਸਿਰ ਦੀ ਪ੍ਰੋਬਲਮ ਮੈਂ ਤੁਹਾਨੂੰ ਦੱਸੀ ਜਾਂਦਾ। ਫਿਰ ਸਰ ਮੇਰਾ ਸਿਰ ਐਂ ਥੱਲੇ ਨੂੰ ਹੋ ਸੀਗਾ, ਮੈਂ ਮਤਲਬ ਪਤਾ ਨਹੀਂ ਕੀ ਕਰਨ ਲੱਗੇ, ਪਤਾ ਨਹੀਂ ਮੈਂ ਪੈਰ ਐਂ ਕਰਨ ਲੱਗਿਆ ਸੀਗਾ। ਤੇ ਸਰ ਉਹਨਾਂ ਨੇ ਮੇਰੇ 3-4 ਪਾਟੇ ਸਿਰ 'ਚ ਮਾਰੇ ਜੀ। ਉਸ ਟਾਈਮ ਇਹ ਜ਼ਰੂਰ ਲੱਗ ਰਿਹਾ ਸੀਗਾ ਵੀ ਇਹਦੇ ਨਾਲੋਂ ਤਾਂ ਜੇ ਮਰਜ਼ੀ ਹੈ ਤਾਂ ਚੰਗਾ, ਜੇ ਗੋਲੀ ਮਾਰ ਦੇਣਾ ਤਾਂ ਚੰਗੀ ਗੱਲ ਆ, ਤਾਂ ਸ਼ਾਇਦ ਵੀ ਦਿਲ ਨੂੰ ਦਿਲਾਸਾ ਹੀ ਮਿਲ ਜੂਗਾ ਵੀ ਬਿਨਾਂ ਵਜ੍ਹਾ ਤੋਂ ਕੁੱਟ ਖਾ ਰਹੇ ਆ। दिल्ली पुलिस एजिटेशन में क्या क्या कर रही है उसका एक सबूत आज आपको दिखाएंगे। आज भारत सच जानेगा। जो भारत पूछ रहा है कि एजिटेशन में कौन बैठा है, तो आज दिखाएंगे एजिटेशन में कौन बैठा है। ये वो लोग हैं जो छोटे छोटे गाँव से उठ के अपने बिल वापस करवाने के लिए, अपने हकों के लिए वहाँ बैठे हैं। एक घर में मौजूद हैं, ये बेगोवाल गांव है दोराहा के पास पंजाब के अंदर, जहाँ के एक नौजवान जिसको पुलिस 26 तारीख की रात को उठाती है और उसके साथ क्या क्या हुआ वहाँ पे जब सुनेंगे तो पता चलेगा कि आखिरकार जिनको खालिस्तानी आतंकवादी बताया जा रहा है वो लोग कौन हैं और जो पुलिस कर रही है पुलिस कौन है। ये घर है, ये वो नौजवान है, ये उसकी माँ है, इनसे बात करेंगे। लेकिन एक बार पहले ये घर देख लो। ये घर के अंदर ये बिल्कुल खाली पड़े कमरे, यहाँ बेड नहीं दिखेगा, यहाँ आपको कुर्सियां नजर नहीं आएंगी, बेसिक कम्युनिटीज नहीं है इस घर में,
और वो नौजवान इनको खालिस्तानी, आतंकवादी और पता नहीं क्या क्या लगते हैं। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। ਪਰਮਜੀਤ, ਕੀ ਹੋਇਆ ਉੱਥੇ ਤੁਹਾਡੇ ਨਾਲ? ਮੇਰੇ ਨਾਲ ਸਰ ਉੱਥੇ ਮੈਂ ਮਤਲਬ ਉੱਥੇ ਗਿਆ ਸੀਗਾ ਦਿੱਲੀ, ਤੇ ਆਪਣੇ ਹੱਕਾਂ ਲਈ ਜੇ ਦੂਜੇ ਮਤਲਬ ਮੇਰੇ ਦਿਲ ਦੇ ਵਿੱਚ ਸੀਗਾ ਜਾਣ ਦੀ ਭਾਵਨਾ ਸੀਗੀ ਜਾਣ ਦੀ, ਤੇ ਮੈਂ ਉੱਥੇ ਗਿਆ। ਤੇ ਉਸ ਤੋਂ ਬਾਅਦ ਜਦੋਂ ਮਤਲਬ ਮੈਂ ਕਾਫੀ ਟਾਈਮ ਦਾ ਪਹਿਲਾਂ ਦਾ ਗਿਆ ਹੋਇਆ ਸੀਗਾ, ਤੇ ਮਤਲਬ 27 ਤਰੀਕ ਦੀ ਸ਼ਾਮ ਨੂੰ ਮੈਨੂੰ ਪੁਲਿਸ ਨੇ ਘੇਰ ਲਿਆ ਜੀ। ਕਿੱਥੇ? ਇਹ ਆਪਣੇ ਜਿਹੜਾ ਆਪਣੇ ਉੱਥੋਂ ਨਰੇਲਾ ਰੋਡ ਪੈਂਦਾ ਜੀ, ਨਰੇਲਾ ਰੋਡ ਕਹਿ ਰਹੇ ਨੇ ਇਹਨੂੰ। ਤੇ ਉੱਥੇ ਆਪਣੇ ਥੋੜ੍ਹਾ ਜਿਹਾ ਅੱਗੇ ਜਾ ਕੇ ਉੱਥੇ ਖੜੇ ਸੀਗੇ ਪੁਲਿਸ ਵਾਲੇ, ਉਹਨਾਂ ਨੇ ਮੈਨੂੰ ਰੋਕ ਲਿਆ ਜੀ। ਸਿੰਘੂ ਬਾਰਡਰ ਤੇ? ਹਾਂਜੀ, ਸਿੰਘੂ ਬਾਰਡਰ ਤੇ। ਹਾਂਜੀ, ਸਿੰਘੂ ਬਾਰਡਰ ਤੋਂ, ਯਾਨੀ ਕਿ ਉਹ ਨਰੇਲਾ ਰੋਡ ਕਹਿ ਰਹੇ ਹੁੰਦੇ ਨੇ ਉਹਨੂੰ, ਯਾਨੀ ਕਿ ਉਸ ਸਾਈਡ ਟਰਾਲੀਆਂ ਸੀਗੀਆਂ। ਉੱਥੇ ਇੱਕ ਆਪਣੇ ਅੰਮ੍ਰਿਤਸਰ ਏਰੀਏ ਦੇ ਕੋਈ ਵੀਰ ਸੀਗੇ, ਉਹਨਾਂ ਦੀ ਟਰਾਲੀ ਸੀ। ਮੈਂ ਉਹਨਾਂ ਦੇ ਵਿੱਚ ਰਹਿਣ ਬਸੇਰਾ ਕਰ ਰਿਹਾ ਸੀਗਾ ਜੀ। ਤੇ ਉਹਨਾਂ ਦੇ ਵਿੱਚ ਰਹਿਣ ਬਸੇਰਾ ਕਰਕੇ ਉੱਥੇ ਹੀ ਰਹਿ ਗਏ ਸੀਗੇ। ਤੇ ਉਹ ਮੈਂ ਸਾਈਡ 'ਤੇ ਬਾਥਰੂਮ ਕਰਨ ਗਿਆ ਸੀ, ਤੇ ਸ਼ਾਪ 'ਤੇ ਗਏ ਸੀਗੇ। ਤੇ ਉੱਥੋਂ ਸਰ ਉਹਨਾਂ ਨੇ ਮੈਨੂੰ, ਜਦ ਮੈਂ ਵਾਪਸੀ 'ਤੇ ਆ ਰਿਹਾ ਸੀ, ਵਾਪਸੀ 'ਤੇ ਆਉਣ ਲੱਗੇ ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਵੀ ਤੂੰ ਕਿੱਧਰ ਨੂੰ ਜਾ ਰਿਹਾ? ਮੈਂ ਕਿਹਾ ਸਰ ਮੈਂ ਇੱਧਰ ਨੂੰ ਜਾ ਰਿਹਾ। ਕਹਿੰਦੇ ਇੱਧਰ ਕਿੱਧਰ ਜਾ ਰਿਹਾ? ਮੈਂ ਕਿਹਾ ਜੀ ਇੱਧਰ ਮੈਂ ਆਪਣੇ ਧਰਨੇ 'ਤੇ ਜਾ ਰਿਹਾ। ਕਹਿੰਦਾ ਤੂੰ ਕਿਸਾਨ ਆ? ਮੈਂ ਕਿਹਾ ਹਾਂਜੀ। ਕਹਿੰਦਾ ਤੂੰ ਵੀ ਕਿੱਥੋਂ ਆ, ਵੀ ਕਿੱਥੋਂ ਬਿਲੋਂਗ ਕਰਦਾ? ਮੈਂ ਕਿਹਾ ਜੀ ਪੰਜਾਬ ਤੋਂ। ਕਹਿੰਦਾ ਠੀਕ ਆ, ਕਹਿੰਦਾ ਬਹਿ ਜਾ, ਕਹਿੰਦਾ ਤੇਰੇ ਨਾਲ ਪੁੱਛ ਗਿੱਛ ਕਰਨੀ ਆ। ਮੈਂ ਕਿਹਾ ਦੱਸੋ ਸਰ ਗਲਤੀ ਕੀ ਹੋ ਗਈ? ਉੱਥੇ ਹੋਰ ਲੋਕ ਸੀਗੇ ਆਸੇ ਪਾਸੇ? ਨਹੀਂ ਸਰ, ਉੱਥੇ ਕੋਈ ਲੋਕ ਨਹੀਂ ਸੀਗੇ, ਮੈਂ ਇਕੱਲਾ ਹੀ ਸੀਗਾ। ਮੈਂ ਬਾਥਰੂਮ ਕਰਨ ਗਿਆ ਸੀ, ਸ਼ਾਇਰ 'ਤੇ ਸੀਗਾ ਮਤਲਬ ਹੈ ਨਾ ਜੀ। ਅਤੇ ਉਹਨਾਂ ਨੇ ਮੈਨੂੰ ਪੁੱਛਿਆ, ਫਿਰ ਕਹਿੰਦੇ ਵੀ ਤੇਰੇ ਨਾਲ ਕੋਈ ਪੁੱਛ ਗਿੱਛ ਕਰਨੀ ਆ। ਮੈਂ ਕਿਹਾ ਹਾਂਜੀ ਦੱਸੋ ਸਰ ਵੀ ਕੀ ਗੱਲਬਾਤ ਆ, ਹੈ ਨਾ। ਅਤੇ ਕਹਿੰਦੇ ਵੀ ਤੇਰੀ ਵੀ ਮਤਲਬ ਵੀ ਤੂੰ ਇੱਧਰ ਕਰਨ ਕੀ ਆਇਆ ਸੀਗਾ? ਮੈਂ ਕਿਹਾ ਸਰ ਮੈਂ ਸ਼ੌਪ 'ਤੇ ਆਇਆ ਸੀਗਾ, ਅਤੇ ਵਾਸ਼ਰੂਮ ਵਗੈਰਾ ਆਇਆ ਸੀਗਾ। ਅਤੇ ਉਹ ਕਹਿੰਦੇ ਠੀਕ ਆ। ਅਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਮੈਨੂੰ ਉੱਥੇ ਬਿਠਾ ਲਿਆ। ਮੈਨੂੰ ਕਹਿੰਦੇ ਤੂੰ ਇੱਥੇ ਬਹਿ ਜਾ। ਅਤੇ ਸਰ ਉਸ ਤੋਂ ਬਾਅਦ ਉਹਨਾਂ ਨੇ ਉਸ ਤੋਂ ਬਾਅਦ ਉੱਧਰੋਂ ਇੱਕ ਹੋਰ ਸਰਦਾਰ ਵੀਰ ਆ ਰਿਹਾ ਸੀਗਾ, ਮਤਲਬ ਆਪਣੇ ਆਟੋ ਰਿਕਸ਼ਾ ਹੁੰਦਾ ਜਿਹੜਾ ਆਪਣਾ ਕਹਿ ਦਿੰਦੇ ਦੂਜਾ ਬੈਟਰੀ ਵਾਲਾ ਆਟੋ ਰਿਕਸ਼ਾ ਹੁੰਦਾ ਨਾ ਜੀ, ਉਹਦੇ ਵਿੱਚ ਬੈਠਾ ਸੀਗਾ। ਉਹ ਆ ਰਿਹਾ ਸੀਗਾ, ਉਹ ਵਿੱਚ ਇਕੱਲਾ ਹੀ ਬੈਠਾ ਸੀਗਾ, ਅਤੇ ਮੂਹਰੇ ਆਟੋ ਵਾਲਾ ਚਲਾ ਰਿਹਾ ਸੀਗਾ। ਅਤੇ ਉਹ ਆ ਰਿਹਾ ਸੀਗਾ, ਅਤੇ ਉਹਦੇ ਵਿੱਚ ਜਦੋਂ ਉਹਨੇ ਦੇਖਿਆ ਵੀ ਸਰਦਾਰ ਵੀਰ ਬੈਠਾ, ਉਹਨਾਂ ਨੂੰ ਵੀ ਉੱਥੇ ਹੀ ਲਾ ਲਿਆ। ਉੱਥੇ ਹੀ ਮੇਰੇ ਕੋਲ ਹੀ, ਜਿੱਥੇ ਮੈਨੂੰ ਬਿਠਾਇਆ ਹੋਇਆ ਸੀਗਾ, ਉੱਥੇ ਹੀ ਉਹਨਾਂ ਨੂੰ ਲਾ ਲਿਆ ਜੀ। ਅਤੇ ਜਦ ਸਰ ਉਹਨਾਂ ਨੇ ਉਹਨਾਂ ਨੂੰ ਉੱਥੇ ਲਾਇਆ ਜੀ, ਸਾਨੂੰ ਦੋਨਾਂ ਨੂੰ ਉੱਥੇ ਬਿਠਾ ਲਿਆ। ਸਾਨੂੰ ਕਹਿੰਦੇ ਵੀ ਗੱਡੀ 'ਚ ਬੈਠੋ, ਤੁਹਾਨੂੰ ਅਸੀਂ ਸਟੇਜ ਕੋਲ ਛੱਡ ਕੇ ਆਉਂਦੇ ਹਾਂ, ਵੀ ਤੁਸੀਂ ਖੇਚਲ ਕਿਉਂ ਕਰਨੀ ਆ। ਮਤਲਬ ਉਹ ਆਪਣੀ ਹਰਿਆਣਵੀ ਭਾਸ਼ਾ 'ਚ ਗੱਲ ਕਰ ਰਹੇ ਸੀਗੇ। ਅਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਨਹੀਂ ਸਰ ਕੋਈ ਗੱਲ ਨਹੀਂ, ਵੀ ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਖੁਦ ਚਲੇ ਜਾਵਾਂਗੇ। ਅਤੇ ਉਹ ਕਹਿੰਦੇ ਵੀ ਇੱਦਾਂ ਵੀ ਨਹੀਂ ਵੀ ਨਾ ਵੀ ਗੱਲ ਕੁਛ ਹੋਰ ਆ। ਅਸੀਂ ਕਿਹਾ ਕੀ ਗੱਲ ਦੱਸੋ ਸਹੀ ਨਾ। ਅਤੇ ਉਹ ਕਹਿੰਦੇ ਵੀ ਤੁਹਾਨੂੰ ਥਾਣੇ ਲੈ ਕੇ ਜਾਣਾ, ਵੀ ਤੁਹਾਡੇ ਤੋਂ ਪੁੱਛ ਗਿੱਛ ਕਰਨੀ ਆ ਕੁਛ। ਅਸੀਂ ਕਿਹਾ ਸਰ ਜਿਹੜੀ ਪੁੱਛ ਗਿੱਛ ਕਰਨੀ ਤੁਸੀਂ ਇੱਥੇ ਕਰ ਲਓ, ਜੇ ਤੁਹਾਨੂੰ ਸਾਡੇ 'ਤੇ ਕੋਈ ਡਾਊਟ ਆ ਤਾਂ ਤੁਸੀਂ ਸਾਡੀ ਤਲਾਸ਼ੀ ਲੈ ਸਕਦੇ ਹੋ। ਜੇ ਸਾਡਾ ਕੋਈ ਕਸੂਰ ਆ, ਕੁਛ ਵੀ ਆ, ਤੁਸੀਂ ਸਾਡੀ ਤਲਾਸ਼ੀ ਲੈ ਸਕਦੇ ਹੋ ਜਾਂ ਕੁਛ ਵੀ ਕਰ ਸਕਦੇ ਹੋ, ਪਰ ਇੱਥੇ ਹੀ ਅਸੀਂ ਥਾਣੇ ਨਹੀਂ ਜਾ ਸਕਦੇ। ਜੇ ਥਾਣੇ ਜਾਣਾ ਤਾਂ ਪਹਿਲਾਂ ਸਟੇਜ ਕੋਲ ਚੱਲਦੇ ਹਾਂ, ਸਟੇਜ ਤੋਂ 10 ਬੰਦੇ ਜਾਂ 5 ਬੰਦੇ ਜਾਂ ਕਿੰਨੇ ਕੁ ਵੀ, ਕਿਸੇ ਨੂੰ ਤਾਂ ਪਤਾ ਹੋਵੇ ਨਾ ਜੀ ਕਿੱਥੇ ਆ ਜੀ ਅਸੀਂ, ਵੀ ਇੱਦਾਂ ਤੁਹਾਡੇ ਨਾਲ ਬਹਿ ਕੇ ਅਸੀਂ ਜਾਣ ਨਹੀਂ ਲੱਗੇ ਹੈਗੇ। ਅਤੇ ਫਿਰ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਵੀ 2 ਮਿੰਟ ਬੈਠੋ, ਵੀ ਤੁਹਾਨੂੰ ਕਰਦੇ ਹਾਂ ਅਸੀਂ। ਅਤੇ ਫਿਰ ਸਰ ਉਹਨਾਂ ਨੇ ਸਾਨੂੰ ਮਤਲਬ ਉਹਨਾਂ ਨੇ ਪਤਾ ਨਹੀਂ ਵਾਇਰਲੈਸ ਕੀਤੀ ਜਾਂ ਫੋਨ ਕੀਤਾ ਪਹਿਲਾਂ, ਜਾਣੀ ਕਿ ਉਹ 4 ਪੁਲਿਸ ਵਾਲੇ ਸੀਗੇ। 4 ਤੋਂ ਬਾਅਦ ਉਹ 8 ਜਾਂ 9 ਜਾਣੇ ਹੋ ਗਏ। ਉਹਨਾਂ ਨੇ ਸਾਨੂੰ ਧੱਕੇ ਨਾਲ ਡੰਡੇ ਮਾਰ ਕੇ ਗੱਡੀ ਦੇ ਵਿੱਚ ਬਿਠਾ ਲਿਆ ਜੀ। ਅੱਛਾ, 8-9 ਪੁਲਿਸ ਵਾਲੇ ਹੋ ਗਏ? ਹਾਂਜੀ, 8-9 ਪੁਲਿਸ ਵਾਲੇ ਹੋ ਗਏ। ਵਰਦੀਆਂ ਪਾਈਆਂ ਸੀ ਕਿ ਸਿਵਲ 'ਚ ਸੀ? ਨਹੀਂ, ਵਰਦੀਆਂ ਪਾਈਆਂ ਸੀਗੀਆਂ ਸਰ, ਥੱਲੇ ਖਾਕੀ ਉਹ ਸੀਗੀਆਂ, ਮਤਲਬ ਉਹਨਾਂ ਦੇ ਜਿਹੜੀ ਦੂਸਰੀ ਆਪਣੇ ਉੱਪਰਲੀ ਡਰੈਸ ਮਤਲਬ ਸ਼ਰਟ ਹੁੰਦੀ ਆ ਉਹ ਨਹੀਂ ਦਿਖ ਰਹੀ ਸੀ, ਉੱਪਰ ਜੈਕਟਾਂ ਪਾਈਆਂ ਹੋਈਆਂ ਸੀਗੀਆਂ। ਤੇ ਨਹੀਂ ਪੜ ਸਕੇ ਕਿਸੇ? ਨਹੀਂ ਸਰ, ਉੱਪਰ ਜੈਕਟ ਪਾਈ ਸੀ ਨਾ, ਜਿਵੇਂ ਹੁਣ ਤੁਹਾਡੀ ਜੈਕਟ ਪਾਈ ਹੋਈ ਆ, ਐਦਾਂ ਜੈਕਟ ਪਾਈ ਸੀ। ਉਹਨਾਂ ਦਾ ਕੋਈ ਨਾਮ ਪਲੇਟ ਨਹੀਂ, ਕੋਈ ਕੁਛ ਨਹੀਂ ਸੀਗਾ ਜੀ। ਰਾਤ ਨੂੰ ਥਾਣੇ ਲੈ ਗਏ ਤੁਹਾਨੂੰ? ਹਾਂਜੀ, ਸਾਨੂੰ ਉਹ ਥਾਣੇ ਲੈ ਗਏ ਜੀ। ਉਹ ਕਹਿੰਦੇ ਤੁਹਾਨੂੰ ਵੀ ਪੁੱਛ ਗਿੱਛ ਕਰਨੀ ਆ। ਥਾਣਾ ਕਿਹੜਾ ਸੀ? ਨਰੇਲਾ ਥਾਣਾ ਜੀ। ਹਾਂਜੀ, ਉਹ ਕਹਿੰਦੇ ਵੀ ਤੁਹਾਡੇ ਤੋਂ ਪੁੱਛ ਗਿੱਛ ਕਰਨੀ ਆ, ਵੀ ਸਾਨੂੰ ਵੀ ਹੈ ਨਾ ਵੀ ਇੱਥੇ ਵੀ ਕੁਛ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ, ਵੀ ਅਸੀਂ ਇੱਥੇ ਲੋਕਲ ਚੋਰ ਫੜੇ ਨੇ, ਵੀ ਜਿਹੜਾ ਤੁਹਾਡਾ ਪੰਜਾਬੀਆਂ ਦਾ ਸਮਾਨ ਚੋਰੀ ਹੋ ਰਿਹਾ, ਵੀ ਅਸੀਂ ਉਹਨਾਂ ਦੀ ਪੁੱਛ ਗਿੱਛ ਕਰਨ ਵਾਸਤੇ ਤੁਹਾਨੂੰ ਉੱਥੇ ਲਿਆ ਰਹੇ ਹਾਂ, ਵੀ ਤੁਸੀਂ ਉਹ ਪਛਾਣਨੇ ਨੇ। ਹਾਲਾਂਕਿ ਮਤਲਬ ਮੈਂ ਜਿਸ ਦਿਨ ਮੈਂ ਘਰੋਂ ਗਿਆ ਸੀਗਾ, ਮੈਂ ਨਵਾਂ ਫੋਨ ਲਿਆ ਸੀਗਾ ਸਰ,
ਮੈਂ ਮਤਲਬ ਘੱਟੋ ਘੱਟ ਨਹੀਂ, ਮੈਂ 5-6 ਮਹੀਨੇ ਲਾ ਕੇ ਪੈਸੇ ਜੋੜ ਕੇ ਮੈਂ ਨਵਾਂ ਫ਼ੋਨ ਲਿਆ ਸੀਗਾ ਤੇ ਉਹ ਮੇਰਾ ਉੱਥੇ ਚੋਰੀ ਹੋ ਗਿਆ ਸੀਗਾ। ਪਰ ਮੈਂ ਫਿਰ ਵੀ ਮੈਂ ਪੁਲਿਸ ਦੇ ਡਰ ਦੇ ਮਾਰੇ ਮੈਂ ਕਹਿਤਾ, ਮੈਂ ਕਿਹਾ ਸਰ, ਮੈਂ ਕਿਹਾ ਜੀ ਮੇਰਾ ਕੋਈ ਫ਼ੋਨ ਨਹੀਂ ਚੋਰੀ ਹੋਇਆ, ਕੋਈ ਕੁਛ ਨਹੀਂ ਹੋਇਆ, ਵੀ ਨਾ ਮੇਰਾ ਕੋਈ ਹੋਰ ਸਮਾਨ ਚੋਰੀ ਹੋਇਆ, ਵੀ ਸਾਨੂੰ ਕੀ ਲੋੜ ਆ, ਵੀ ਨਾ ਅਸੀਂ ਕਿਸੇ ਨੂੰ ਪਛਾਣ ਸਕਦੇ ਹਾਂ। ਉਹ ਕਹਿੰਦੇ ਨਹੀਂ, ਕਹਿੰਦੇ ਜਾਣਾ ਤਾਂ ਪੈਣਾ ਹੀ ਆ, ਜਾਣੀ ਕਿ ਸਾਨੂੰ ਧੱਕੇ ਨਾਲ ਲੈ ਗਏ। ਤੇ ਫਿਰ ਜਦੋਂ ਅਸੀਂ ਨਰੇਲਾ ਥਾਣੇ ਦੇ ਵਿੱਚ ਪਹੁੰਚੇ ਜੀ, ਤੇ ਫਿਰ ਉਸ ਤੋਂ ਬਾਅਦ ਸਰ ਉਹਨਾਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਿਹਾ ਵੀ ਲਿਆਓ ਵੀ ਜਿਹੜੇ ਬੰਦੇ ਹੈਗੇ ਨੇ, ਤੇ ਮਤਲਬ ਜਿਹੜਾ ਪੰਜਾਬੀ ਵੀਰ ਨਾਲ ਸੀਗਾ ਉਹ ਸੀਗਾ ਘੱਟੋ ਘੱਟ ਆਪਣੇ 50-55 ਸਾਲ ਦੀ ਉਮਰ ਕਹਿ ਸਕਦੇ ਹਾਂ, ਤਰਨ ਏਰੀਏ ਦੇ ਬਿਲੋਂਗ ਕਰਦਾ ਸੀਗਾ ਉਹ। ਤੇ ਉਹਨਾਂ ਨੂੰ ਮੈਂ ਕਿਹਾ ਤੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀਗੀ, ਮੈਂ ਕਿਹਾ ਵੀ ਵੀਰ, ਮੈਂ ਕਿਹਾ ਵੀ ਦੇਖ ਵੀ ਆਪਾਂ ਗਏ ਆ ਫਸ ਇੱਥੇ, ਵੀ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਆਪਾਂ ਨੂੰ ਇਹ ਚੱਕ ਕੇ ਲੈ ਕੇ ਆਏ ਨੇ ਜਾਂ ਜਿਵੇਂ ਜੀ ਨਹੀਂ, ਵੀ ਉੱਥੇ ਆਪਾਂ ਜਾਵਾਂਗੇ ਜ਼ਰੂਰ, ਵੀ ਜਾ ਕੇ ਵੀ ਜੋ ਵੀ ਹੋਊਗਾ ਵੀ ਆਪਣਾ ਕਿਹੜਾ ਕੋਈ ਸਮਾਨ ਚੋਰੀ ਹੋਇਆ ਜਾਂ ਕੁਛ ਵੀ ਆ, ਵੀ ਆਪਾਂ ਸਿਰਫ ਉੱਥੋਂ ਨਿਕਲਣ ਦੀ ਕਰਨੀ ਆ, ਵੀ ਆਪਾਂ ਜੋ ਵੀ ਚੋਰ ਚਾਰ ਜੋ ਵੀ ਹੋਊਗਾ ਨਾ, ਵੀ ਆਪਾਂ ਨੂੰ ਕਿਹੜਾ ਕਿਸੇ ਦੀ ਕੋਈ ਪਛਾਣ ਆਉਣੀ ਆ ਜਾਂ ਕਿਸੇ ਦੇ ਆਪਾਂ ਕਿਹੜਾ ਇੱਥੇ ਕਿਹੜਾ ਕਿਸੇ ਨੂੰ ਜਾਣਦੇ ਆ, ਆਪਾਂ ਕਿਹੜਾ ਇੱਥੇ ਲੋਕਲ, ਆਪਾਂ ਤਾਂ ਪੰਜਾਬ ਦੇ ਆ, ਵੀ ਆਪਾਂ ਸਭ ਨੂੰ ਨਾ ਕਹਿ ਕੇ ਬਾਹਰ ਨਿਕਲ ਆਵਾਂਗੇ। ਤੇ ਅਸੀਂ ਸਰ ਜਦ ਉੱਥੇ ਪਹੁੰਚੇ, ਅੰਦਰ ਐਂਟਰ ਕੀਤੇ, ਐਂਟਰ ਕਰਨ ਤੋਂ ਬਾਅਦ ਸਰ ਫਿਰ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਕਿਹਾ ਵੀ ਲਿਆਓ ਸਰ, ਵੀ ਕਿਹੜੇ ਬੰਦੇ ਨੇ ਦਿਖਾਓ, ਵੀ ਅਸੀਂ ਵੀ ਪਛਾਣ ਲੈਂਦੇ ਹਾਂ, ਵੀ ਤੁਸੀਂ ਲਿਆਓ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਪਛਾਣ ਕਰਾਉਂਦੇ ਆ। ਤੇ ਸਰ ਫਿਰ ਸਾਨੂੰ ਉਹਨਾਂ ਨੇ ਗਲਾਮੇ ਤੋਂ ਫੜ ਲਿਆ, ਗਲਾਮੇ ਤੋਂ ਫੜ ਕੇ ਜਿੱਥੇ ਉਹਨਾਂ ਨੇ ਕੈਦੀ ਰੱਖੇ ਹੁੰਦੇ ਨੇ, ਉਹਨਾਂ ਨੂੰ ਕੀ ਕਹਿੰਦੇ ਹੁੰਦੇ ਨੇ ਉਹਨੂੰ, ਜਿੱਥੇ ਕੈਦੀ ਹਵਾਲਾਤ, ਉੱਥੇ ਉਹਨਾਂ ਦੇ ਅੰਦਰ ਲੈ ਗਏ ਜੀ। ਉਹਨਾਂ ਦੇ ਵਿੱਚ ਅੰਦਰ ਲੈ ਕੇ ਸਾਨੂੰ ਦੋਨਾਂ ਨੂੰ। ਤੇ ਫਿਰ ਸਰ ਤੇ ਪਹਿਲਾਂ ਤਾਂ ਜਿਹੜੇ ਮੇਰੇ ਨਾਲ ਸੀਗੇ ਉਹ ਸੀਗੇ ਸਰਦਾਰ, ਉਹਨਾਂ ਦੀ ਦਸਤਾਰ ਬੰਨੀ ਹੋਈ ਸੀਗੀ। ਤੇ ਸਰ ਮਤਲਬ ਉਹਨਾਂ ਦੇ ਪਹਿਲਾਂ ਜਦ ਉਹ ਅੰਦਰ ਵੜੇ ਆ, ਅੰਦਰ ਵੜਦੀ ਸਾਰ ਉਹਨਾਂ ਨੇ ਮਤਲਬ ਥੱਪੜ ਮਾਰ ਕੇ ਉਹਨਾਂ ਦੀ ਪੱਗ ਲਾਤੀ ਜੀ। ਠੀਕ ਆ ਸਰ। ਤੇ ਫਿਰ ਮੇਰੇ ਸਰ ਇੱਥੇ ਸਟicker ਲੱਗਿਆ ਹੋਇਆ ਸੀਗਾ, ਨੋ ਫਾਰਮਰ ਨੋ ਫੂਡ। ਤੇ ਮੈਨੂੰ ਕਹਿੰਦੇ ਵੀ ਤੂੰ ਇਹ ਸਟicker ਲਾ। ਮੈਂ ਕਿਹਾ ਵੀ ਸਰ ਮੈਂ ਸਟicker ਨਹੀਂ ਲਾ ਸਕਦਾ। ਕਹਿੰਦੇ ਕਾਰਨ? ਮੈਂ ਕਿਹਾ ਸਰ ਦੇਖੋ ਵੀ ਇਹ ਨੇ ਸਰਦਾਰ, ਇਹਨਾਂ ਦੀ ਤਾਂ ਦਸਤਾਰ ਤੋਂ ਪਛਾਣ ਆਉਂਦੀ ਆ ਵੀ ਇਹ ਕਿਸਾਨ ਨੇ। ਮੈਂ ਕਿਹਾ ਜੀ ਮੇਰੀ ਪਛਾਣ ਤਾਂ ਇਹੀ ਆ, ਮੈਨੂੰ ਤਾਂ ਇੱਥੋਂ ਹੀ ਪਤਾ ਲੱਗ ਸਕਦਾ ਵੀ ਮੈਂ ਕਿਸਾਨ ਦਾ ਪੁੱਤ ਆ ਇੱਕ। ਤੇ ਉਹ ਕਹਿੰਦੇ ਵੀ ਇਹ ਤਾਂ ਤੈਨੂੰ ਲਾਉਣਾ ਹੀ ਪੈਣਾ। ਮੈਂ ਕਿਹਾ ਨਹੀਂ ਸਰ ਮੈਂ ਇਹ ਨਹੀਂ ਲਾ ਸਕਦਾ ਹੈਗਾ। ਤੇ ਫਿਰ ਉਹ ਕਹਿੰਦੇ ਅਸੀਂ ਲਾਉਣਾ ਜਾਣਦੇ ਹਾਂ, ਜਾਣੀ ਕਿ ਮੇਰੇ ਨਾਲ ਉਹ ਕਰਨ ਲੱਗ ਗਏ, ਹੱਥੋਂ ਪਾਈ ਕਰਨ ਲੱਗ ਗਏ। ਤੇ ਫਿਰ ਸਰ ਮੇਰਾ ਇੱਦਾਂ ਹੱਥ ਰੱਖਿਆ ਹੋਇਆ ਸੀਗਾ ਵੀ ਚੱਲ ਵੀ ਨਹੀਂ ਲਾਉਣਾ ਹੈਗਾ ਮੈਂ। ਤੇ ਫਿਰ ਸਰ ਇੱਕ ਪੁਲਿਸ ਵਾਲੇ ਨੇ ਮੇਰਾ ਹੱਥ ਮਰੋੜ ਕੇ ਪਿੱਛੇ ਕਰ ਲਿਆ ਤੇ ਦੂਜੇ ਨੇ ਇੱਥੇ ਪਟਾ ਮਾਰਿਆ। ਤੇ ਫਿਰ ਉਹਨਾਂ ਨੇ ਮੇਰਾ ਸਟicker ਐ ਪਾੜਤਾ। ਮੈਂ ਸਟicker ਜਿਹਾ ਮੇਰਾ ਪਾੜਿਆ ਸਰ। ਤੇ ਮਤਲਬ ਮੇਰੇ ਇੱਕਦਮ ਅੱਖਾਂ 'ਚ ਪਾਣੀ ਆ ਗਿਆ। ਤੇ ਫਿਰ ਮੈਨੂੰ ਦਿਲ ਨੂੰ ਬੋਲਿਆ, ਮੈਂ ਕਿਹਾ ਸਰ, ਮੈਂ ਕਿਹਾ ਤੁਸੀਂ ਇਹ ਮੇਰਾ ਜਿਹੜਾ ਸੀਗਾ ਜੋ ਵੀ ਤੁਸੀਂ ਸਟicker ਇੱਥੋਂ ਪਾੜਤਾ, ਕੀ ਤੁਸੀਂ ਮੇਰੇ ਦਿਲ ਤੋਂ ਪਾੜ ਸਕਦੇ ਹੋ? ਕੀ ਤੁਸੀਂ ਮੇਰੇ ਦਿਲ 'ਚੋਂ ਮੇਰੇ ਕਿਸਾਨੀ ਦਾ ਜੋ ਮੈਂ ਹੱਕ ਲੈਣ ਆਇਆ ਉਹ ਮੇਰਾ ਕੱਢ ਸਕਦੇ ਹੋ? ਤੇ ਮੈਨੂੰ ਕਹਿੰਦੇ ਤੇਰੇ 'ਚ ਕੁਛ ਜ਼ਿਆਦਾ ਹੀ ਨਹੀਂ ਕਿਸਾਨੀ ਵਾਲੇ ਕੀੜੇ ਬੋਲਦੇ ਹੈਗੇ। ਤੇ ਫਿਰ ਮੈਨੂੰ ਕਹਿੰਦੇ ਤੁਸੀਂ ਤਾਂ ਕਹਿੰਦੇ ਕਿਸਾਨ ਹੈ ਨਹੀਂ, ਤੁਸੀਂ ਤਾਂ ਖਾਲਿਸਤਾਨ ਮੰਗਦੇ ਫਿਰਦੇ ਹੋ। ਮੈਂ ਕਿਹਾ ਸਰ, ਮੈਂ ਕਿਹਾ ਖਾਲਿਸਤਾਨ ਦੀ ਗੱਲ ਹੀ ਨਹੀਂ ਹੋ ਰਹੀ ਜੀ, ਇੱਥੇ ਕਿਸਾਨੀ ਦੀ ਗੱਲ ਹੋ ਰਹੀ ਆ। ਤੇ ਸਰ ਫਿਰ ਗੱਲ ਕਰ ਰਹੇ ਸੀ, ਕਿੰਨੇ ਬੰਦੇ ਸੀ ਉਹ ਜਿਹੜੇ ਗੱਲ ਕਰ ਰਹੇ? ਉਹ ਸਰ ਸੀਗੇ ਆਪਣੇ 4-5 ਜਣੇ ਸੀਗੇ ਜੀ। ਹਾਂਜੀ 4-5 ਜਣੇ ਹੋਣਗੇ। ਹਾਂਜੀ। ਤੇ ਫਿਰ ਉਸ ਤੋਂ ਬਾਅਦ ਸਰ ਉਹਨਾਂ ਨੇ ਕੀ ਕੀਤਾ, ਜਦੋਂ ਉਹ ਮੈਨੂੰ ਇਹ ਗੱਲ ਕਹਿ ਰਹੇ ਸੀਗੇ ਵੀ ਹਾਂਜੀ ਵੀ ਕੁਛ ਜ਼ਿਆਦਾ ਹੀ ਵੀ ਤੇਰੇ 'ਚ ਕਿਸਾਨੀ ਦਾ ਉਹ ਹੋ ਰਿਹਾ। ਉਸ ਤੋਂ ਬਾਅਦ ਮੈਨੂੰ ਕਹਿੰਦੇ ਲੰਬਾ ਪੈ ਵੀ ਉਹ ਪਟਾ ਮੰਗਾ ਲਿਆ ਉਹਨੇ। ਉਹ ਕਹਿੰਦਾ ਪਟਾ ਲੈ ਕੇ ਆ ਇੱਕ ਹੋਰ, ਵੀ 2 ਪਟੇ ਪਏ, ਇੱਕ ਪਟਾ ਮੰਗਾ ਉਹ ਪਹਿਲਾਂ ਹੀ ਸੀਗਾ, ਵੀ ਇੱਕ ਹੋਰ ਲੈ ਕੇ ਆਓ। ਤੇ ਮੈਨੂੰ ਕਹਿੰਦੇ ਲੰਬਾ ਪੈ ਜਾ। ਮੈਂ ਕਿਹਾ ਮੈਂ ਸਰ ਲੰਬਾ ਨਹੀਂ ਪੈ ਸਕਦਾ ਹੈਗਾ। ਕਹਿੰਦੇ ਕਿਉਂ ਨਹੀਂ ਪੈਣਾ? ਮੈਂ ਕਿਹਾ ਜਦੋਂ ਮੈਂ ਪੈ ਗਿਆ ਤੁਸੀਂ ਮੇਰੀ ਕੁੱਟਮਾਰੇ ਕਰੋਗੇ? ਕਹਿੰਦੇ ਹਾਂਜੀ ਉਹ ਤਾਂ ਕਰਨੀ ਆ। ਮੈਂ ਕਿਹਾ ਸਰ ਵੀ ਮੈਂ ਬਿਨਾਂ ਗਲਤੀ ਤੋਂ ਕੁੱਟਮਾਰ ਕਿਉਂ ਕਰਾਂ? ਵੀ ਮੇਰੀ ਜਾਂ ਗਲਤੀ ਨਹੀਂ ਹੈਗੀ, ਮੈਂ ਇਹ ਕੁੱਟਮਾਰ ਕਿਉਂ ਝੱਲਾਂ? ਮੇਰਾ ਕਾਰਨ ਕੀ ਆ? ਕਾਰਨ ਤਾਂ ਦੱਸ ਦਿਓ ਨਾ, ਕਸੂਰ ਮੇਰਾ ਕੀ ਆ? ਇੱਕ ਵੀ % ਮੇਰਾ ਕੋਈ ਕਸੂਰ ਦੱਸ ਦਿਓ, ਮੈਂ ਖਾਣ ਨੂੰ ਤਿਆਰ ਹਾਂ। ਤੇ ਉਹਨਾਂ ਨੇ ਮੇਰੇ ਇੱਥੇ ਰਿਵਾਲਵਰ ਲਾ ਲਿਆ ਜੀ, ਪੁਲਿਸ ਵਾਲੇ ਨੇ। ਕਹਿੰਦਾ ਜੇ ਤੂੰ ਲੰਬਾ ਨਹੀਂ ਪਏਗਾ ਮੈਂ ਗੋਲੀ ਮਾਰ ਦੂੰ। ਮੈਂ ਕਿਹਾ ਸਰ ਗੋਲੀ ਮਾਰ ਦਿਓ। ਕਹਿੰਦਾ ਤੂੰ ਡਰਦਾ ਨਹੀਂ ਹੈਗਾ ਮਰਨ ਤੋਂ? ਮੈਂ ਕਿਹਾ ਸਰ ਮਰਨ ਤੋਂ ਡਰਦਾ ਤਾਂ ਹੈ ਨਹੀਂ ਗਾ। ਮੈਂ ਕਿਹਾ ਪਰ ਜਦ ਬਿਨਾਂ ਕਸੂਰ ਤੋਂ ਮੈਂ ਕੁੱਟ ਖਾਊਂਗਾ, ਇਹਦੇ ਨਾਲੋਂ ਤਾਂ ਮੈਂ ਮਰਨਾ ਚੰਗਾ ਵਾ। ਤੇ ਸਰ ਫਿਰ ਉਹ ਕਹਿੰਦੇ ਬਈ ਕੋਈ ਗੱਲ ਨਹੀਂ, ਤੈਨੂੰ 2 ਮਿੰਟ ਰੁਕ, ਤੈਨੂੰ ਦੱਸਦੇ ਆ ਪਤਾ। ਫਿਰ ਸਰ ਉੱਥੇ ਜਿਹੜੇ ਲੋਕਲ ਕੈਦੀ ਸੀਗੇ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਧਮਕੀ ਦਿੱਤੀ। ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਜਿਹੜੇ ਇਹ ਵੀ ਮਤਲਬ ਉੱਥੇ ਹੋਣਗੇ ਮੇਰੇ ਹਿਸਾਬ ਨਾਲ ਆਪਾਂ ਕਹਿ ਲਈਏ 8-10 ਕੈਦੀ ਸੀਗੇ। ਸਾਹਮਣੇ ਕੀਤਾ ਇਹ ਸਾਰਾ ਕੁਝ? ਹਾਂਜੀ ਉਹ ਕੈਦੀਆਂ ਸਾਹਮਣੇ। ਹਾਂਜੀ।
ਉਹ ਹਵਾਲਾਤੀਆਂ ਨੂੰ, ਜਿਹੜੇ ਕੈਦੀਆਂ ਨੂੰ ਕਹਿੰਦੇ ਵੀ ਜੇ ਤੁਸੀਂ ਵੀ 2 ਮਿੰਟ ਦੇ ਵਿੱਚ ਇਹ ਮੁੰਡੇ ਨੂੰ ਮੁੱਦਾ ਨਾ ਪਾਇਆ ਥੱਲੇ ਤਾਂ ਵੀ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਤੁਹਾਡੇ ਸਾਰਿਆਂ ਦੇ ਪਟਾ ਫਿਰੂਗਾ। ਜਾਣੀ ਕਿ ਉਹਨੂੰ ਹਵਾਲਾਤੀਆਂ ਨੂੰ ਕਹਿੰਦੇ। ਹਾਂਜੀ, ਹਵਾਲਾਤੀਆਂ ਨੂੰ ਕਹਿੰਦੇ, ਉਹਨਾਂ ਨੂੰ ਡਰਾ ਧਮਕਾ ਕੇ। ਤੇ ਫਿਰ ਸਰ ਉਹਨਾਂ ਨੇ ਫੜ ਕੇ ਮੈਨੂੰ ਥੱਲੇ ਲੰਬਾ ਪਾ ਲਿਆ ਜੀ। ਉਹਨਾਂ ਨੇ ਫਿਰ ਸਰ ਮੇਰੇ ਪੈਰਾਂ ਤੋਂ ਲੈ ਕੇ ਮੇਰੇ ਜਾਣੀ ਕਿ ਪਿੱਠ ਤੱਕ ਮੇਰੇ ਉਹਨਾਂ ਨੇ ਪਟੇ ਮਾਰੇ ਜੀ। ਤੇ ਸਰ ਤੁਸੀਂ ਆਹ ਨਿਸ਼ਾਨ ਦੇਖ ਸਕਦੇ ਹੋ। ਤੇ ਸਰ ਉਸ ਤੋਂ ਬਾਅਦ ਜਦ ਮੇਰੇ ਪੈਰ ਸੁੱਜ ਗਏ ਨਾ, ਜਦ ਮੈਂ ਉੱਠਿਆ, ਮੈਨੂੰ ਕਹਿੰਦੇ ਤੂੰ ਥਾਣੇ ਦੀ ਸਫਾਈ ਕਰ। ਮੈਨੂੰ ਕਹਿੰਦਾ ਥਾਣੇ ਦੀ ਸਫਾਈ ਕਰ। ਤੇ ਸਰ ਮੈਂ ਜਿਹੜੇ ਘਰੋਂ ਸ਼ੂਜ਼ ਪਾ ਕੇ ਗਿਆ ਸੀਗਾ ਉਹ ਮਤਲਬ ਮੇਰੇ ਟੁੱਟ ਗਏ ਸੀਗੇ। ਤੇ ਉੱਥੇ ਜਿਹੜੇ ਖਾਲਸਾ ਸਾਈਡ ਵਾਲੇ ਸੀਗੇ ਤੇ ਮੈਂ ਉਹਨਾਂ ਤੋਂ ਸ਼ੂਜ਼ ਲਏ ਸੀਗੇ ਪਾਉਣ ਵਾਸਤੇ। ਤੇ ਜਦ ਉਹ ਲਏ ਸੀਗੇ ਤੇ ਜਦ ਮੈਂ ਫਿਰ ਮੈਨੂੰ ਕਹਿੰਦੇ ਵੀ ਉੱਠ ਕੇ ਸਫਾਈ ਕਰ। ਮੈਂ ਡਰ ਗਿਆ, ਮੈਂ ਉੱਠ ਕੇ, ਮੈਨੂੰ ਕਹਿੰਦੇ ਤੇਰਾ ਕਿਸਾਨੀ ਕੀੜਾ ਕੱਢਦੇ ਆ, ਅੱਜ ਸਾਰੇ ਥਾਣੇ ਦੀ ਸਫਾਈ ਤੇਤੋਂ ਕਰਾਉਣੀ ਆ। ਮੈਂ ਕਿਹਾ ਜੀ ਠੀਕ ਆ ਜੀ। ਤੇ ਜਦੋਂ ਮੈਨੂੰ ਕਹਿੰਦੇ ਜੀ, ਮੈਂ ਉੱਠ ਖੜਿਆ ਤੇ ਮੈਨੂੰ ਕਹਿੰਦੇ ਵੀ ਚੱਲ ਉੱਠ ਕੇ ਕਰ। ਤੇ ਜਦ ਸਰ ਮੈਂ ਜੁੱਤੀ ਪਾਉਣ ਲੱਗਿਆ, ਮੇਰੇ ਜੁੱਤੀ ਪੈ ਨਹੀਂ ਰਹੀ ਸੀ। ਹਾਲਾਂਕਿ ਜਦ ਮੈਂ ਪਹਿਲਾਂ ਲਈ ਉਹ ਮੇਰੇ ਖੁੱਲੀ ਸੀ। ਉਹਨਾਂ ਨੇ ਜਦ ਮੈਨੂੰ ਇੰਨਾ ਕੁੱਟਿਆ, ਮੇਰੇ ਜਾਣੀ ਕਿ ਪੈਰ ਸੁੱਜ ਗਏ, ਮੇਰੇ ਜੁੱਤੀ ਪੈ ਨਹੀਂ ਰਹੀ ਸੀਗੀ ਪੈਰਾਂ ਦੇ ਵਿੱਚ। ਤੇ ਸਰ ਫਿਰ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਸਰ ਮੇਰੇ ਪੈਰ ਸੁੱਜ ਗਏ, ਵੀ ਮੇਰੇ ਤੋਂ ਤੁਰ ਨਹੀਂ ਹੋਣਾ, ਮੇਰੇ ਤੋਂ ਸਫਾਈ ਨਹੀਂ ਹੋਣੀ, ਵੀ ਤੁਸੀਂ ਪਲੀਜ਼ ਇੱਦਾਂ ਨਾ ਕਰੋ, ਵੀ ਪਲੀਜ਼ ਛੱਡ ਦਿਓ ਸਾਨੂੰ, ਵੀ ਸਾਡੀ ਕੋਈ ਗਲਤੀ ਨਹੀਂ ਹੈਗੀ, ਜੇ ਸਾਡੀ ਗਲਤੀ ਸਾਨੂੰ ਤਾਂ ਦੱਸੋ। ਉਹ ਕਹਿੰਦੇ ਪੈਰੇ ਸੁੱਜੇ, ਹੱਥ ਤਾਂ ਨਹੀਂ ਸੁੱਜੇ। ਮੈਂ ਕਿਹਾ ਨਹੀਂ ਜੀ। ਕਹਿੰਦਾ ਦਿਖਾਈ। ਤਾਂ ਮੈਂ ਐਂ ਦਿਖਾਉਣ ਲੱਗਿਆ, ਉਹਨਾਂ ਨੇ ਮੇਰੇ ਫਿਰ ਹੱਥਾਂ 'ਤੇ ਪਟਾ ਮਾਰਿਆ ਜੀ। ਆਹ ਦੇਖੋ ਤੁਸੀਂ, ਆਹ ਹੁਣ ਛਾਲੇ ਦੇਖ ਸਕਦੇ ਹੋ ਜੀ। ਕਿੰਨੇ ਦਿਨ ਹੋ ਗਏ ਇਸ ਗੱਲ ਨੂੰ? ਇਹ ਸਰ 27 ਤਰੀਕ ਦੀ ਰਾਤ ਦੀ ਗੱਲ ਹੈ ਜੀ। ਮਤਲਬ 7-8 ਦਿਨ ਹੋ ਗਏ ਛਾਲੇ ਅਜੇ ਤੱਕ ਉਵੇਂ ਹੀ ਨਹੀਂ ਜੀ, ਉਵੇਂ ਹੀ ਨਹੀਂ। ਆਹ ਦੇਖੋ ਜੀ, ਹੱਥ ਸੁੱਜੇ ਹੋਏ ਆ। ਹਾਂਜੀ। ਤੇ ਤੁਹਾਡੇ ਬੁੱਲਾਂ ਤੇ ਸੱਟ ਹੈ? ਹਾਂਜੀ। ਇਹ ਸਰ ਫਿਰ ਜਦ ਮੈਨੂੰ ਉਹਨਾਂ ਨੇ ਕੁੱਟਮਾਰ ਕੀਤੀ ਤੇ ਸਰ ਮੈਂ ਨਾ ਐਕਚੁਅਲੀ ਜਦ ਮੈਂ ਛੋਟਾ ਹੁੰਦਾ ਸੀਗਾ, ਮੈਂ ਕੋਠੇ ਤੋਂ ਗਿਰ ਗਿਆ ਸੀਗਾ ਤੇ ਉਦੋਂ ਮੇਰੇ ਸਿਰ ਦੀ ਪ੍ਰੋਬਲਮ ਸੀਗੀ ਜੀ। ਤੇ ਜਦੋਂ ਉਹਨਾਂ ਨੇ ਮੈਨੂੰ ਕੁੱਟਿਆ ਨਾ ਜੀ ਸਰ, ਮੈਨੂੰ ਚੱਕਰ ਆਉਂਦੇ ਸੀਗੇ। ਮੈਨੂੰ ਚੱਕਰ ਆਉਣ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ, ਮੈਂ ਕਿਹਾ ਜੀ ਇੱਕ ਰਿਕੁਐਸਟ ਆ, ਮੈਂ ਕਿਹਾ ਜੀ ਵੀ ਮੈਨੂੰ ਮੇਰੇ ਸਿਰ ਦੀ ਪ੍ਰੋਬਲਮ ਆ, ਵੀ ਤੁਸੀਂ ਮੈਨੂੰ ਕੋਈ ਗੋਲੀ ਜਾਂ ਮੈਡੀਸਨ ਕੋਈ ਵੀ ਦੇ ਦਿਓ ਵੀ ਜਿਹਦੇ ਨਾਲ ਮੈਨੂੰ ਚੱਕਰ ਨਾ ਆਉਣ, ਮੇਰਾ ਸਿਰ ਹਟ ਜਾਵੇ, ਮੇਰਾ ਸਿਰ ਦੁਖਣ ਲੱਗ ਗਿਆ। ਉਹ ਕਹਿੰਦੇ ਉਹ ਬੰਦਾ ਲੈ ਕੇ ਆ ਰਿਹਾ ਗੋਲੀ। ਮੈਂ ਉੱਧਰ ਨੂੰ ਦੇਖਣ ਲੱਗਿਆ ਸਰ, ਉਹਨਾਂ ਨੇ ਇੱਥੇ ਪਟਾ ਮਾਰਿਆ ਜੀ ਮੇਰੇ। ਇੱਥੋਂ ਲੈ ਕੇ ਇੱਥੇ ਤੱਕ ਪਟਾ ਵੱਜਿਆ ਹੋਇਆ ਜੀ। ਆਹ ਸਾਰਾ ਜਾਣੀ ਕਿ ਉਦੋਂ ਇੱਥੇ ਆ ਪੂਰਾ ਦੇਖ ਲਓ ਤੁਸੀਂ ਦੇਖ ਵੀ ਸਕਦੇ ਹੋ ਨਿਸ਼ਾਨ ਜੀ, ਜੇ ਸ਼ਾਇਦ ਹੁਣ ਦਿਖ ਰਿਹਾ ਹੋਵੇ। ਤੇ ਇੱਥੇ ਤੱਕ ਮੇਰੇ ਜਾਣੀ ਪੂਰਾ ਉਹਨਾਂ ਨੇ ਮਾਰਿਆ ਜੀ। ਠੀਕ ਹੈ ਜੀ। ਜਿਹੜੇ ਬੁੱਲਾਂ ਤੇ ਸੱਟ ਹੈ ਉਹੀ ਪਟਾ? ਇਹ ਪਟਾ ਹੀ ਵੱਜਿਆ ਹੋਇਆ ਜੀ, ਇੱਥੋਂ ਲੈ ਕੇ ਇੱਥੇ ਤੱਕ ਪਟਾ ਵੱਜਿਆ ਜੀ। ਉਹ ਜਾਣੀ ਕਿ ਘੁੰਮ ਕੇ ਐਂ ਵੱਜਿਆ ਜੀ ਇਸ ਰੂਟ। ਤੇ ਸਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਪਾਤਾ ਜੀ। ਮੈਨੂੰ ਕਹਿੰਦੇ ਵੀ ਹੁਣ ਤੇਰਾ ਦਰਦ ਠੀਕ ਹੋ ਗਿਆ। ਮੈਂ ਰੋਣ ਲੱਗ ਗਿਆ ਸੀਗਾ, ਕਿਉਂਕਿ ਹੁਣ ਇੱਥੇ ਜ਼ਿਆਦਾ ਰੋਣ ਲੱਗ ਗਿਆ ਸੀ ਮੈਂ। ਹਾਂਜੀ ਸਰ ਰੋਣ ਲੱਗ ਗਿਆ ਸੀ, ਕਿਉਂਕਿ ਸਰ ਸੋਚ ਕੇ ਦੇਖੋ ਤੁਸੀਂ, ਆਪਾਂ ਇੱਕ ਇਨਸਾਨ ਦੇ ਜੇ ਆਪਾਂ ਗਲਤ ਥੱਪੜ ਵੀ ਮਾਰ ਦਈਏ ਤਾਂ ਕਿੰਨਾ ਦਰਦ ਹੁੰਦਾ। ਜੇ ਪਟਾ ਵੱਜਿਆ ਹੋਵੇ ਤਾਂ ਕੀ ਦਰਦ ਮਹਿਸੂਸ ਹੋਊਗਾ, ਉਹ ਤਾਂ ਸੋਚ ਹੀ ਸਕਦੇ ਆ ਨਾ ਜੀ। ਹੁਣ ਵੀ ਯਾਦ ਕਰਕੇ ਕਈ ਵਾਰੀ ਸੋਚਦੇ ਹੋ, ਡਰ ਲੱਗਦਾ? ਸਰ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ, 3 ਦਿਨ ਹੋ ਗਏ ਮੈਂ ਸੁੱਤਾ ਨਹੀਂ ਹੈਗਾ ਜੀ। ਤੇ ਪਰ ਮੈਂ ਫਿਰ ਵੀ ਮੈਂ ਕਿਹਾ ਨਹੀਂ, ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਜੋ ਹੁੰਦਾ ਭਲੇ ਲਈ ਹੁੰਦਾ, ਰੱਬ ਕਰੂਗਾ ਅਰਦਾਸ, ਬੇਸ਼ੱਕ ਮੇਰੀ ਸ਼ਹੀਦੀ ਹੋ ਜਾਵੇ, ਪਰ ਜਿਹੜੇ ਅਸੀਂ ਹੱਕ ਲੈਣ ਆਏ ਆ ਸਾਨੂੰ ਉਹ ਮਿਲ ਜਾਣ। ਤੇ ਪਰ ਮੈਂ ਫਿਰ ਮੈਂ ਪੈ ਗਿਆ। ਮੈਨੂੰ ਕਹਿੰਦਾ ਤੂੰ ਪੈ ਜਾ। ਤੇ ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾ ਸੀਗਾ, ਤੇ ਉਹ ਦੂਸਰਾ ਬੰਦਾ ਉਹਨੂੰ ਕੁੱਟਣ ਲੱਗ ਗਏ ਜੀ। ਜਦੋਂ ਉਹਨੂੰ ਕੁੱਟਣ ਲੱਗ ਗਏ, ਮੇਰੇ ਕੋਲ ਮਤਲਬ ਮੇਰੇ ਲੋਈ ਲਈ ਹੋਈ ਸੀਗੀ, ਮੈਂ ਉਹ ਮੂੰਹ 'ਤੇ ਲੈ ਲਈ। ਮੈਂ ਮੂੰਹ 'ਤੇ ਲੈ ਕੇ ਮੈਂ ਰੋਣ ਲੱਗ ਗਿਆ ਜੀ, ਕਿਉਂਕਿ ਮੈਨੂੰ ਚੱਕਰ ਆਉਣ ਲੱਗ ਗਏ ਸੀਗੇ ਸਰ। ਤੇ ਫਿਰ ਮੈਨੂੰ ਕਹਿੰਦੇ, ਤੇ ਫਿਰ ਉਸ ਤੋਂ ਬਾਅਦ ਮੈਨੂੰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਰੋ ਰਿਹਾ। ਮੈਨੂੰ ਕਹਿੰਦੇ ਵੀ ਹੁਣ ਵੀ ਰੋ ਰਿਹਾ ਤੂੰ, ਵੀ ਠਾਲੋ ਇਹਨੂੰ, ਫੇਰ ਠਾਲੋ, ਵੀ ਰੋ ਰਿਹਾ ਇਹਨੂੰ ਫੇਰ ਠਾਲੋ। ਉਹਨਾਂ ਨੇ ਮੈਨੂੰ ਫੇਰ ਠਾਲ ਕੇ ਬਿਠਾ ਲਿਆ। ਮੈਨੂੰ ਕਹਿੰਦੇ ਤੂੰ ਹੁਣ ਕਾਹਤੇ ਰੋਣਾ? ਕਹਿੰਦੇ ਹੁਣ ਕਿਸਾਨੀ ਕੀੜਾ ਨਿਕਲ ਗਿਆ ਤੇਰਾ। ਮੈਂ ਕਿਹਾ ਸਰ ਮੇਰੇ ਸਿਰ ਦੀ ਪ੍ਰੋਬਲਮ ਮੈਂ ਤੁਹਾਨੂੰ ਦੱਸੀ ਜਾਂਦਾ। ਫਿਰ ਸਰ ਮੇਰਾ ਸਿਰ ਐਂ ਥੱਲੇ ਨੂੰ ਹੋ ਸੀਗਾ। ਮੈਂ ਮਤਲਬ ਪਤਾ ਨਹੀਂ ਕੀ ਕਰਨ ਲੱਗੇ, ਪਤਾ ਨਹੀਂ ਮੈਂ ਪੈਰ ਐਂ ਕਰਨ ਲੱਗਿਆ ਸੀਗਾ। ਤੇ ਸਰ ਉਹਨਾਂ ਨੇ ਮੇਰੇ 3-4 ਪਾਟੇ ਸਿਰ 'ਚ ਮਾਰੇ ਜੀ। ਮੈਂ ਸਰ ਉੱਥੇ ਬੇਹੋਸ਼ ਹੋ ਗਿਆ, ਮੈਂ ਗਿਰ ਗਿਆ ਜੀ ਉੱਥੇ। ਤੇ ਸਰ ਉਹਨਾਂ ਨੇ ਮੈਨੂੰ ਪਾਣੀ ਦੀ ਘੁੱਟ ਤੱਕ ਨਹੀਂ ਪਿਲਾਈ। ਤੇ ਮੈਂ ਸਾਈਡ 'ਤੇ ਹੋ ਕੇ ਮੈਂ ਪੈ ਗਿਆ। ਮੈਨੂੰ ਉਹਨੂੰ ਕਹਿੰਦੇ ਇਹਨੂੰ ਚੱਕ ਕੇ ਸਾਈਡ 'ਤੇ ਕਰ ਦਿਓ। ਹਾਲਾਂਕਿ ਮੈਂ ਬੇਹੋਸ਼ ਸੀਗਾ, ਮੈਨੂੰ ਬੇਹੋਸ਼ ਉੱਕਣੀ ਸਾਈਡ 'ਤੇ ਕਰਕੇ ਪਾਤਾ ਜੀ ਉਹਨਾਂ ਨੇ। ਫਿਰ ਉਹਨਾਂ ਨੇ ਦੂਸਰੇ ਬੰਦੇ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ। ਉਹ ਬੰਦਾ ਵਿਚਾਰਾ ਸੀਗਾ, ਉਹ 50-55 ਸਾਲ ਦੀ ਉਮਰ ਹੋਊਗੀ ਉਹ ਬੰਦੇ ਦੀ।
ਤੇ ਉਹ ਬੰਦਾ ਕੁੱਟਮਾਰ ਨਹੀਂ ਚੱਲ ਸਕਦਾ ਸੀਗਾ। ਉਹ ਬੰਦੇ ਨਾਲ ਮਤਲਬ ਜੇ ਆਪਾਂ ਕਹਿ ਦਈਏ ਜੀ ਬਹੁਤ ਹੀ ਜ਼ਿਆਦਾ ਯਾਨੀ ਕਿ ਕੁੱਟਿਆ ਜੀ, ਬਹੁਤ ਹੀ ਜ਼ਿਆਦਾ ਯਾਨੀ ਕਿ ਉਹ ਬੰਦਾ ਚੀਕਾਂ ਮਾਰ ਰਿਹਾ ਸੀ, ਉਹ ਕਰ ਰਿਹਾ ਸੀਗਾ। ਤਾਂ ਫਿਰ ਵੀ ਦਿਲ ਤਾਂ ਇੱਕ ਵਾਰ ਦਹਿਲਦਾ ਸੀਗਾ, ਪਰ ਫਿਰ ਵੀ ਮੈਂ ਫਿਰ ਵੀ ਹੌਸਲਾ ਬੁਲੰਦ ਰੱਖਿਆ। ਮੈਂ ਉਹਦੀਆਂ ਆਵਾਜ਼ਾਂ ਸੁਣ ਰਹੀਆਂ ਸੀ? ਹਾਂਜੀ ਹਾਂ ਜਮੀ। ਹੁਣ ਮੇਰੀ ਗੱਲ ਸੁਣੋ, ਜਿਵੇਂ ਹੁਣ ਮੰਨ ਲਓ ਮੈਂ ਪਿਆ ਵਾਂ, ਉਹ ਜਿਵੇਂ ਜਿੱਥੇ ਜੀ ਉਹ ਵੀਰ ਜੀ ਆਪਣੇ ਬੈਠੇ ਨੇ, ਉੱਥੇ ਉਹਨੂੰ ਕੁੱਟ ਰਹੇ ਨੇ, ਮੈਨੂੰ ਪੂਰੀਆਂ ਆਵਾਜ਼ਾਂ ਨਹੀਂ ਸੁਣਦੀਆਂ ਸੀਗੀਆਂ। ਉਹ ਵੀ ਸਿਰਫ ਇਹੀ ਕਹਿ ਰਿਹਾ ਸੀ, ਕਹਿੰਦਾ ਸਰ ਸਾਡੀ ਗਲਤੀ ਆ, ਦੱਸ ਦਿਓ ਕੀ ਆ, ਸਾਡੀ ਗਲਤੀ ਆ, ਦੱਸ ਦਿਓ ਕੀ ਹਿੰਮਤ ਆ। ਸੀਗੀ ਉੱਠਣ ਦੀ ਉਦੋਂ ਜਾਂ ਤੁਹਾਡੀ? ਨਹੀਂ ਸਰ, ਇੰਨੀ ਜ਼ਿਆਦਾ ਤਾਂ ਹੈ ਨਹੀਂ ਸੀ, ਪਰ ਉੱਠਣ ਦੀ ਹਿੰਮਤ ਸੀ ਤਾਂ ਸੀ, ਪਰ ਉੱਠ ਨਹੀਂ ਸਕਦਾ ਸੀ। ਉਹਨਾਂ ਨੇ ਕਹਿਤਾ ਸੀ, ਕਹਿੰਦੇ ਪੈ ਜਾ, ਕਿਉਂਕਿ ਮੈਂ ਬੇਹੋਸ਼ ਪਿਆ ਸੀਗਾ ਜੀ। ਅਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਮੈਨੂੰ, ਜਦ ਅਸੀਂ ਪੈ ਗਏ, ਉਹਨੂੰ ਦੂਜੇ ਬੰਦੇ ਨੂੰ ਕੁੱਟ ਕੇ ਜਦ ਅਸੀਂ ਪੈ ਗਏ, ਸਾਨੂੰ ਕਹਿੰਦੇ ਪੈ ਜਾਓ। ਅਸੀਂ ਕਿਹਾ ਵੀ ਸਰ ਵੀ ਫਿਰ ਅਸੀਂ ਜਿਹੜੇ ਉੱਥੇ ਜਿਹੜੇ ਵਿੱਚ ਹਵਾ ਲਾਤੀ ਸੀਗੇ, ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਇੱਥੇ ਵੀ ਰੋਟੀ ਨਹੀਂ ਮਿਲੂਗੀ ਵੀ ਖਾਣ ਵਾਸਤੇ, ਕਿਉਂਕਿ ਕੁਛ ਵੀ ਖਾਧਾ ਪੀਤਾ ਨਹੀਂ ਸੀਗਾ, ਵੀ ਚਾਹ ਪਾਣੀ ਜਾਂ ਕੁਛ ਵੀ ਇੱਦਾਂ ਦਾ ਕੁਛ ਵੀ। ਕੰਬਲ ਕੁਛ ਦਿੱਤਾ? ਕੁਛ ਵੀ ਨਹੀਂ ਸਰ, ਕੁਛ ਵੀ ਨਹੀਂ। ਜਿਹੜੀ ਸਾਡੀ ਲੋਈ ਸੀਗੀ ਬਸ ਉਹੀ ਅਸੀਂ ਉੱਪਰ ਲਈ ਹੈ ਜੀ। ਅਤੇ ਅਸੀਂ ਸਰ ਉਹਨਾਂ ਨੂੰ ਫਿਰ ਪੁੱਛਿਆ ਸੀ ਕਿ ਇੱਦਾਂ ਵੀ ਪਾਣੀ ਪੂਣੀ ਸਾਨੂੰ ਮਿਲ ਸਕਦਾ ਵੀ ਇੱਦਾਂ ਹੁੰਦਾ? ਉਹ ਕਹਿੰਦਾ ਵੀਰੇ, ਕਹਿੰਦਾ ਇੱਥੇ ਮਿਲੂਗਾ ਸਭ ਕੁਝ, ਕਹਿੰਦਾ ਪਰ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦੇਣਾ ਹੈਗਾ। ਉੱਥੇ ਦੇ ਬੰਦੇ ਦੇ ਇਹ ਗੱਲ ਕੀ, ਜਿਹੜਾ ਅੰਦਰ ਬੰਦਾ ਬੈਠਾ ਸੀਗਾ। ਅਤੇ ਉਹਨਾਂ ਨੇ ਫਿਰ ਕੀ ਕੀਤਾ, ਅਤੇ ਫਿਰ ਇੱਕ ਮਤਲਬ ਹੁਣ ਜਦ ਮੇਰੇ ਕੰਨ 'ਤੇ ਪਟਾ ਵੱਜਿਆ, ਹੁਣ ਮੈਂ ਇੱਧਰ ਨੂੰ ਤਾਂ ਪੈਣ ਨਹੀਂ ਲੱਗਿਆ ਸੀਗਾ ਜੀ, ਮੈਂ ਇੱਧਰ ਨੂੰ ਪੈ ਗਿਆ, ਮੇਰੇ ਕੰਨ 'ਚੋਂ ਖੂਨ ਨਿਕਲਣ ਲੱਗ ਗਿਆ ਜੀ। ਇੱਥੇ ਮੇਰੇ ਪੰਦੇ ਕਦੇ ਟੱਕ ਲੱਗਿਆ ਜਾਂ ਅੰਦਰੋਂ ਨਿਕਲਿਆ, ਰੱਬ ਜਾਣਦਾ ਜੀ। ਜਦ ਮੈਂ ਇੱਧਰ ਨੂੰ ਪਿਆ, ਮੇਰਾ ਸਾਰਾ ਹੀ ਯਾਨੀ ਕਿ ਆਹ ਸਾਰਾ ਮੂੰਹ ਮੇਰਾ ਲਾਲ ਹੋ ਗਿਆ ਸੀਗਾ, ਸਾਰਾ ਖੂਨ ਆ ਗਿਆ ਸੀਗਾ ਇੱਥੇ, ਮਤਲਬ ਸਾਰੇ ਮੂੰਹ 'ਤੇ ਖੂਨ ਆ ਗਿਆ ਸੀਗਾ। ਅਤੇ ਮੈਨੂੰ ਫਿਰ ਇੱਕ ਨਾਲ ਦੇ ਬੰਦੇ ਨੇ ਉਹ ਕੀਤਾ, ਮਤਲਬ ਜਿਹੜਾ ਨਾਲ ਦਾ ਇੱਕ ਹਵਾ ਲਾਤੀ ਸੀ ਉੱਥੇ, ਜਿਹੜਾ ਲੋਕਲ ਸੀਗਾ ਬੰਦਾ, ਉਹਦੇ ਕੋਲੇ ਪਾਣੀ ਦੀ ਬੋਤਲ ਸੀਗੀ, ਉਹਨੇ ਆਪਣੇ ਸਿਰਹਾਣੇ ਥੱਲੇ ਪਾਣੀ ਦੀ ਬੋਤਲ ਕੱਢੀ, ਉਹਨੇ ਮੇਰਾ ਮੂੰਹ ਧਵਾਇਆ, ਮੂੰਹ ਧਵਾ ਕੇ ਮੈਨੂੰ ਪਾਣੀ ਪਿਲਾਇਆ। ਉਹ ਕਹਿੰਦਾ ਵੀਰ ਹੌਸਲਾ ਰੱਖ, ਕਹਿੰਦਾ ਪੈ ਜਾ, ਕਹਿੰਦਾ ਕੋਈ ਗੱਲ ਨਹੀਂ, ਯਾਨੀ ਕਿ ਉਹ ਹਿੰਦੀ ਦੇ ਵਿੱਚ ਗੱਲ ਕਰ ਰਿਹਾ ਸੀਗਾ। ਅਤੇ ਉਸ ਤੋਂ ਬਾਅਦ ਸਰ ਅਸੀਂ ਆ ਪੈ ਗਏ। ਅਸੀਂ ਕਿਹਾ ਵੀ ਚੱਲ ਉਹ ਬੰਦਾ ਹਜੇ ਮੇਰੇ ਨਾਲ, ਪੰਜਾਬੀ ਬੰਦਾ ਮੇਰੇ ਨਾਲ ਗੱਲਾਂ ਕਰ ਰਿਹਾ, ਕਹਿੰਦਾ ਦੇਖ ਲਾ, ਕਹਿੰਦਾ ਭਰਾਵਾ, ਕਹਿੰਦਾ ਆਪਾਂ ਆਪਣੇ ਹੱਕ ਲੈਣ ਆਇਆ, ਕਹਿੰਦਾ ਸਰਕਾਰ ਕੀ ਕੁਛ ਕਰ ਰਹੀ ਆ, ਕਹਿੰਦਾ ਆਪਾਂ, ਕਹਿੰਦਾ ਵੀ ਬਿਨਾਂ ਵਜ੍ਹਾ ਤੋਂ ਕੁੱਟ ਖਾ ਰਹੇ ਹਾਂ, ਬਿਨਾਂ ਵਜ੍ਹਾ ਤੋਂ। ਉਦੋਂ ਇਹ ਲੱਗਿਆ ਸ਼ਾਇਦ ਵੀ ਹੁਣ ਇੱਥੋਂ ਕਦੇ ਵਾਪਸ ਨਾ ਜਾਊਂ? ਨਹੀਂ ਸਰ, ਐਦਾਂ ਲੱਗਿਆ ਤਾਂ ਨਹੀਂ ਸੀਗਾ, ਪਰ ਉਸ ਟਾਈਮ ਇਹ ਜ਼ਰੂਰ ਲੱਗ ਰਿਹਾ ਸੀਗਾ ਵੀ ਇਹਦੇ ਨਾਲੋਂ ਤਾਂ ਜੇ ਮਰਜ਼ੀ ਹੈ ਤਾਂ ਚੰਗਾ, ਜੇ ਗੋਲੀ ਮਾਰ ਦੇਣਾ ਤਾਂ ਚੰਗੀ ਗੱਲ ਆ, ਤਾਂ ਸ਼ਾਇਦ ਵੀ ਦਿਲ ਨੂੰ ਦਿਲਾਸਾ ਹੀ ਮਿਲ ਜੂਗਾ ਵੀ ਬਿਨਾਂ ਵਜ੍ਹਾ ਤੋਂ ਕੁੱਟ ਤਾਂ ਖਾ ਰਹੇ ਹਾਂ। ਫਿਰ ਵਾਪਸ ਕਿੱਦਣ ਛੱਡਿਆ ਕਿਵੇਂ? ਅਤੇ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਸਰ। ਅਤੇ ਫਿਰ ਮਤਲਬ ਕੁੱਟ ਕੇ ਚਲੇ ਗਏ ਉਹ, ਅਤੇ ਫਿਰ ਸਰ ਅੱਧੇ ਘੰਟੇ ਬਾਅਦ ਉਹ ਫਿਰ ਵਾਪਸ ਆ ਗਏ। ਫਿਰ ਸਰ ਆ ਕੇ ਉਹਨਾਂ ਨੇ ਸਾਨੂੰ ਇੱਦਾਂ ਕਰਕੇ ਜਾਊਂ ਉੱਦਾਂ ਨਹੀਂ ਠਾਲਿਆ ਹੈਗਾ। ਫਿਰ ਸਰ ਉਹਨਾਂ ਨੇ ਮੇਰੇ ਦੇਖੋ ਇੱਥੇ ਆ ਕੇ ਡੰਡਾ ਮਾਰਿਆ ਜੀ, ਇਹ ਦੇਖੋ ਸਰ, ਡੰਡਾ ਮਾਰਿਆ ਜੀ ਉਹਨਾਂ ਨੇ ਮੇਰੇ ਅੱਗੇ। ਮੈਨੂੰ ਕਹਿੰਦੇ ਉੱਠ ਓਏ, ਐਕਣੇ ਉਸ ਬੰਦੇ ਦੇ ਮਾਰਿਆ, ਉਸ ਬੰਦੇ ਯਾਨੀ ਕਿ ਜਗ੍ਹਾ 'ਤੇ ਮਾਰਿਆ, ਮੇਰੇ ਜਗ੍ਹਾ 'ਤੇ ਮਾਰਿਆ। ਮੈਂ ਪਹਿਲੇ ਨੰਬਰ 'ਤੇ ਪਿਆ ਸੀ, ਉਹ ਦੂਜੇ ਨੰਬਰ 'ਤੇ ਪਿਆ ਸੀਗਾ। ਅਤੇ ਜਦ ਡੰਡਾ ਮਾਰ ਕੇ ਸਾਨੂੰ ਫੇਰ ਠਾਲ ਲਿਆ, ਸਾਡੀ ਫੇਰ ਕੁੱਟਮਾਰ ਸ਼ੁਰੂ ਕਰਤੀ। ਯਾਨੀ ਕਿ ਤੁਸੀਂ ਹਿਸਾਬ ਲਾ ਲਓ ਜੀ, ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਸਾਡੀ ਕੁੱਟਮਾਰ ਹੋਈ ਹੈ ਜੀ ਉੱਥੇ। ਯਾਨੀ ਕਿ ਉਦੋਂ ਵੀ ਉਹ ਵੀ ਸਾਨੂੰ ਤਾਂ ਪਤਾ ਲੱਗਿਆ, ਜਿਹੜਾ ਨਾਲ ਦਾ ਪੁਲਿਸ ਵਾਲਾ ਸੀਗਾ ਉਹ ਉਹਨੂੰ ਕਹਿ ਰਿਹਾ ਸੀਗਾ, ਕਹਿੰਦਾ ਹੁਣ ਤਾਂ ਬੱਸ ਕਰ, ਕਹਿੰਦਾ ਹੁਣ ਤਾਂ ਆਪਾਂ ਸੌਂ ਜਾਈਏ, ਕਹਿੰਦਾ ਹੁਣ ਤਾਂ ਸਵੇਰ ਦੇ 4 ਵੱਜ ਗਏ। ਤਾਂ ਸਾਨੂੰ ਪਤਾ ਲੱਗਿਆ ਵੀ ਸਵੇਰ ਦੇ 4 ਵੱਜ ਗਏ। ਅਤੇ ਸਰ ਅਸੀਂ ਮਤਲਬ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਦੋਏ ਜਾਣੇ, ਮਤਲਬ ਨੀਂਦ ਤਾਂ ਆਉਣੀ ਨਹੀਂ ਸੀਗੀ, ਹੁਣ ਦਰਦ ਬਹੁਤ ਹੋ ਰਿਹਾ ਸੀਗਾ ਸਰੀਰ ਦੇ ਵਿੱਚ, ਨਾ ਰੋਟੀ ਖਾਧੀ ਨਾ ਪਾਣੀ ਪੀਤਾ, ਕੁਛ ਵੀ ਨਹੀਂ। ਯਾਨੀ ਕਿ ਉਹ ਮੁੰਡੇ ਜਿਹੜਾ ਪਾਣੀ ਪਿਲਾਤਾ ਸੀਗਾ, ਉਸ ਬੰਦੇ ਦੀ ਵੀ ਕੁੱਟ ਪਈ ਆ ਵੀ ਤੂੰ ਇਹਨੂੰ ਪਾਣੀ ਕਿਉਂ ਪਿਲਾਇਆ, ਅਤੇ ਜਿਹੜਾ ਲੋਕਲ ਬੰਦਾ ਸੀਗਾ। ਅਤੇ ਸਰ ਫਿਰ ਉਸ ਤੋਂ ਬਾਅਦ ਦੂਸਰੇ ਦਿਨ ਇੱਕ ਮਤਲਬ ਅੰਦਰ ਇੱਕ ਲੋਕਲ ਕੈਦੀ ਉਹ ਸੀਗਾ, ਮਤਲਬ ਲੋਕਲ ਕੋਈ ਫੜਿਆ ਹੋਇਆ ਸੀ ਬੰਦਾ ਉਹਨਾਂ ਦਾ, ਅਤੇ ਉਹਦੀ ਮਤਲਬ ਵਾਈਫ ਉਹਨੂੰ ਮਿਲਣ ਵਾਸਤੇ ਆਈ ਸੀਗੀ। ਮਤਲਬ ਉੱਥੇ ਸਾਈਡ 'ਤੇ ਇੱਕ ਟਾਕੀ ਜੀ ਸੀ, ਉਹਦੇ ਵਿੱਚ ਗੱਲਬਾਤ ਕਰਨ ਦੇ ਦਿੰਦੇ ਸੀਗੇ, ਜਿਵੇਂ ਆਪਾਂ ਕਹਿ ਦਈਏ ਮੁਲਾਕਾਤ ਕਰਨ ਜਾਂਦੇ ਹਾਂ, ਅਤੇ ਉੱਦਾਂ ਗੱਲਬਾਤ ਕਰਨ ਦੇ ਦਿੰਦੇ ਸੀਗੇ। ਅਤੇ ਸਰ ਫਿਰ ਉਹਨਾਂ ਨੇ ਕੀ ਕੀਤਾ, ਉਹ ਕਹਿੰਦਾ ਜਿਹੜਾ ਮੇਰੇ ਨਾਲ ਦਾ ਬੰਦਾ ਸੀਗਾ, ਉਹ ਕਹਿੰਦਾ ਮੇਰੇ ਵੀ ਜਿਹੜੇ ਮੇਰੇ ਨਾਲ ਦੇ ਬੰਦੇ ਨੇ ਵੀ ਜੇ ਉਹਨਾਂ ਤੱਕ ਵੀ ਫੋਨ ਚਲੇ ਜਾਵੇ ਵੀ ਸ਼ਾਇਦ ਉਹ ਆਪਾਂ ਨੂੰ ਛਡਾਉਣ ਆ ਜਾਣਗੇ। ਮੈਂ ਕਿਹਾ ਵੀ ਚੱਲ ਦੇਖਦੇ ਹਾਂ ਵੀ ਕੋਈ ਨਾ ਕੋਈ ਤਾਂ ਇੱਥੋਂ ਕੁਛ ਤਾਂ ਕਰਦੇ ਹਾਂ, ਕਿਸੇ ਨਾ ਕਿਸੇ ਨੂੰ ਤਾਂ ਕਹਿ ਕੇ ਫੋਨ ਕਰਦੇ ਹਾਂ। ਅਤੇ ਮੈਂ ਪੁਲਿਸ ਵਾਲਿਆਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਸਰ ਵੀ ਇੱਕ ਫ਼ੋਨ ਕਰਵਾ ਸਕਦੇ ਹੋ? ਉਹ ਕਹਿੰਦੇ ਕੋਈ ਫ਼ੋਨ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਪੈ ਜਾਓ ਟੇਕ ਕੇ, ਕਹਿੰਦੇ ਰਾਤ ਦੇ ਫ਼ੋਨ ਚੇਤੇ ਨਹੀਂ ਹੈਗੇ ਤੁਹਾਡੇ। ਅਸੀਂ ਚੁੱਪ ਕਰ ਗਏ ਜੀ। ਅਤੇ ਫਿਰ ਸਰ ਜਿਹੜੇ ਮਤਲਬ ਅੰਦਰ ਉਹ ਕੈਦੀ ਸੀਗਾ, ਮਤਲਬ ਉਹਦੀ ਵਾਈਫ ਉਹਨੂੰ ਮਿਲਣ ਵਾਸਤੇ ਆਈ ਸੀਗੀ, ਠੀਕ ਆ ਜੀ।
ਅਸੀਂ ਤਾਂ ਜੀ ਉਹ ਭੈਣ ਦਾ, ਮੈਂ ਤਾਂ ਉਹ ਭੈਣ ਦਾ ਹੀ ਬਹੁਤ ਧੰਨਵਾਦ ਕਰਦਾ ਵੀ ਉਹਨੇ ਸਾਡੀ ਮਦਦ ਕੀਤੀ। ਤੇ ਨਹੀਂ ਮਤਲਬ ਉਹਨੇ ਗੱਲ ਨਹੀਂ ਕਰਵਾਈ, ਉਹਨੇ ਮਤਲਬ ਉਹਨੂੰ ਅਸੀਂ ਨੰਬਰ ਦੇਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭੈਣੇ, ਮੈਂ ਕਿਹਾ ਮੈਂ ਤੁਹਾਡੇ ਮੂਹਰੇ ਰਿਕੁਐਸਟ ਕਰਦਾ, ਮੈਂ ਕਿਹਾ ਜਿਹੜੇ ਉਹ ਸਰਦਾਰ ਸਾਹਿਬ ਬੈਠੇ ਨੇ, ਮੈਂ ਕਿਹਾ ਜੀ ਉਹਨਾਂ ਤੋਂ ਨੰਬਰ ਲੈ ਲਓ, ਉਹਨਾਂ ਤੋਂ ਨੰਬਰ ਲੈ ਕੇ ਉਹਨਾਂ ਦਾ ਆਹ ਨਾਮ ਆ, ਆਹ ਨਾਮ 'ਤੇ ਤੁਸੀਂ ਵੀ ਮਤਲਬ ਫ਼ੋਨ ਕਰਕੇ ਤੁਸੀਂ ਬਸ ਇੰਨੀ ਗੱਲ ਦੱਸਣੀ ਆ ਵੀ ਨਰੇਲਾ ਥਾਣੇ ਦੇ ਵਿੱਚ ਤੁਹਾਡਾ ਬੰਦਾ ਕੈਦ ਆ ਇਸ ਟਾਈਮ। ਤੇ ਫਿਰ ਸਰ ਉਹਨਾਂ ਨੇ ਮਤਲਬ ਉਹ ਕੁੜੀ ਨੇ ਨੰਬਰ ਲੈ ਕੇ ਗਾਹਾਂ ਜਾ ਕੇ ਫ਼ੋਨ ਕਰਤਾ ਤੇ ਉਹਨਾਂ ਦੇ ਬੰਦੇ ਸਰ ਆ ਗਏ ਤੇ ਆ ਕੇ ਉਹਨਾਂ ਨੇ ਅੰਦਰ ਕੋਈ ਆਪਣੀ ਪੁੱਛ-ਗਿੱਛ ਕਰਨ ਲੱਗ ਗਏ। ਉਹ ਮਤਲਬ ਮੇਰੇ ਹਿਸਾਬ ਨਾਲ ਹੋਣਗੇ 6-7 ਜਣੇ ਹੋਣਗੇ। ਉਹ ਅੰਦਰ ਆ ਕੇ ਮਤਲਬ ਅਫਸਰਾਂ ਨਾਲ, ਪੁਲਿਸ ਅਫਸਰਾਂ ਨਾਲ ਗੱਲਾਂ ਕਰਨ ਲੱਗ ਗਏ। ਤੇ ਮਤਲਬ ਸਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਛਡਾਉਣ ਆ ਗਏ ਬੰਦੇ, ਤੇ ਵੀ ਇਹ ਤਾਂ ਬੰਦੇ ਹੁਣ ਸਾਡੇ ਨਜਾਇਜ਼ ਚੱਕੇ ਹੋਏ ਨੇ, ਵੀ ਇਹਨਾਂ ਦੀ ਕੋਈ ਗਲਤੀ ਵੀ ਨਹੀਂ ਸੀਗੀ। ਤੇ ਫਿਰ ਸਰ ਉਹਨਾਂ ਨੇ ਕੀ ਕੀਤਾ, ਸਾਨੂੰ ਫਟਾਫਟ ਉੱਥੋਂ ਕੱਢ ਲਿਆ ਅੰਦਰੋਂ ਬਾਹਰ, ਜਿੱਥੇ ਸੀਗੇ ਅਸੀਂ ਰਾਤ ਨੂੰ, ਜਿੱਥੇ ਸਾਨੂੰ ਰਾਤ ਰੱਖਿਆ ਉਹਨਾਂ ਨੇ। ਫਿਰ ਉੱਥੋਂ ਬਾਹਰ ਕੱਢ ਕੇ ਸਰ ਉਹਨਾਂ ਨੇ ਮਤਲਬ ਫਿਰ ਸਾਨੂੰ ਸਰਕਾਰੀ ਗੱਡੀ 'ਚ ਬਿਠਾ ਲਿਆ। ਤੇ ਮੈਂ ਤਾਂ ਹੁਣ ਸਰ ਸਿੱਧੇ ਜਾ ਕੇ ਮਤਲਬ ਮੈਂ ਖੜ ਗਿਆ ਉੱਥੇ। ਮੈਨੂੰ ਕਹਿੰਦੇ ਓਏ ਕਿੱਧਰ ਚੱਲਿਆ? ਮੈਂ ਕਿਹਾ ਸਰ ਕਿਤੇ ਨਹੀਂ। ਕਹਿੰਦੇ ਭੱਜਣ ਦੀ ਕੋਸ਼ਿਸ਼ ਕਰਦਾ। ਮੈਂ ਕਿਹਾ ਸਰ ਭੱਜਣਾ ਹੁੰਦਾ ਰਾਹ 'ਤੇ ਭੱਜ ਜਾਂਦੇ, ਵੀ ਸਾਡਾ ਕਸੂਰ ਹੀ ਨਹੀਂ, ਤਾਂ ਖੜ੍ਹੇ ਆ, ਨਾਲੇ ਹੁਣ ਤਾਂ ਤੁਸੀਂ ਭੱਜਣ ਜੋਗੇ ਛੱਡੇ ਨਹੀਂ ਵੀ ਇੰਨਾ ਕੁੱਟ ਲਿਆ। ਤੇ ਜਿਹੜਾ ਦੂਸਰਾ ਬੰਦਾ ਸੀਗਾ ਉਹਨੇ ਦੇਖ ਲਿਆ ਵੀ ਮੇਰੇ ਨਾਲ ਦੇ ਬੰਦੇ ਮੈਨੂੰ ਛਡਾਉਣ ਆਏ ਨੇ, ਉਹ ਉਹਨਾਂ ਕੰਨੀ ਜਾ ਰਿਹਾ ਸੀ, ਪਰ ਉਹਨੂੰ ਉਹਦੇ ਕੰਨੀ ਜਾਣ ਨਹੀਂ ਦਿੱਤਾ ਜੀ, ਉੱਥੇ ਹੀ ਰੋਕ ਲਿਆ। ਸਾਨੂੰ ਦੋਨਾਂ ਨੂੰ ਫੜ ਕੇ ਸਰਕਾਰੀ ਗੱਡੀ ਦੇ ਵਿੱਚ ਬਿਠਾ ਲਿਆ, ਜਿਹੜੀ ਉਹਨਾਂ ਦੀ ਪੁਲਿਸ ਵਾਲਿਆਂ ਦੀ ਸਰਕਾਰੀ ਗੱਡੀ ਸੀਗੀ। ਉਹਨਾਂ ਨੇ ਫਿਰ ਉਹ ਕੀਤਾ ਆਪਣੇ ਉਹਦੇ ਜਦ ਸਰਕਾਰੀ ਗੱਡੀ ਦੇ ਵਿੱਚ ਬਿਠਾ ਲਿਆ। ਫਿਰ ਉਹਨਾਂ ਦੇ ਬੰਦਿਆਂ ਨੇ ਮਤਲਬ ਸਾਨੂੰ ਟਾਕੀ ਖੜਕਾਈ ਵੀ ਸਾਡੇ ਬੰਦੇ ਨਾਲ ਗੱਲ ਤਾਂ ਕਰਾ ਦਿਓ ਸਾਡੀ, ਵੀ ਜੀ ਤੁਸੀਂ ਛੱਡਣਾ ਨਹੀਂ ਹੈਗਾ, ਸਾਡੇ ਬੰਦੇ ਨਾਲ ਸਾਡੀ ਗੱਲ ਤਾਂ ਕਰਵਾ ਦਿਓ, ਅਸੀਂ ਗੱਲ ਤਾਂ ਕਰ ਸਕਦੇ ਹਾਂ ਇੱਕ ਦੂਜੇ ਨਾਲ। ਕੋਈ ਗੱਲਬਾਤ ਨਹੀਂ ਕਰਨ ਦਿੱਤੀ, ਕੋਈ ਕੁਛ ਨਹੀਂ ਕੀਤਾ। ਉੱਥੋਂ ਸਰਕਾਰੀ ਗੱਡੀ ਕੱਢ ਕੇ ਉਹਨਾਂ ਨੇ ਵਿੱਚ ਹੀ ਘੁਮਾ ਘਮੂ ਕੇ, ਨਰੇਲੇ ਦੇ ਵਿੱਚ ਹੀ ਘੁਮਾ ਘਮੂ ਕੇ ਗੱਡੀ ਦਿੱਲੀ ਦੇ ਵਿੱਚ ਐਂਟਰ ਕਰਤੀ ਉਹਨਾਂ ਨੇ। ਦਿੱਲੀ ਦੇ ਵਿੱਚ ਐਂਟਰ ਕਰਕੇ ਫਿਰ ਸਰ ਉਹਨਾਂ ਨੇ ਗੱਡੀ ਚੇਂਜ ਕਰਤੀ। ਗੱਡੀ ਚੇਂਜ ਕਰਕੇ ਸਾਨੂੰ ਲੋਕਲ ਗੱਡੀ ਦੇ ਵਿੱਚ ਬਿਠਾਤਾ। ਲੋਕਲ ਗੱਡੀ ਦੇ ਵਿੱਚ ਇੱਕ ਪੁਲਿਸ ਵਾਲਾ ਮੂਹਰੇ ਬੈਠਾ ਸੀਗਾ, ਅਸੀਂ ਸਾਨੂੰ ਦੋਨਾਂ ਨੂੰ ਮਗਰ ਬਿਠਾਤਾ, ਨਾਲ ਇੱਕ ਸਾਡੇ ਬੰਦਾ ਬਿਠਾਤਾ। ਤੇ ਸਰ ਫਿਰ ਉਹਨਾਂ ਨੇ ਮਤਲਬ ਉਹ ਕਹਿੰਦੇ ਵੀ ਇਹਨਾਂ ਨੂੰ ਦੂਜੀ ਜੇਲ੍ਹ 'ਚ ਲੈ ਕੇ ਜਾਣਾ, ਪਤਾ ਨਹੀਂ ਕੀ ਗੱਲਬਾਤ ਕਰਦੇ ਸੀ ਉਹ ਆਪਸ ਦੇ ਵਿੱਚ, ਦੋਵੇਂ ਪੁਲਿਸ ਵਾਲੇ ਗੱਲਾਂ ਕਰਦੇ ਸੀਗੇ ਹਰਿਆਣਵੀ ਦੇ ਵਿੱਚ। ਤੇ ਫਿਰ ਉਹ ਕਹਿੰਦੇ ਵੀ ਇਸ ਬੰਦੇ ਨੂੰ ਵੀ ਇਹਨਾਂ ਨੂੰ ਉੱਥੇ ਵੀ ਦੂਸਰੀ ਜੇਲ੍ਹ ਦੇ ਵਿੱਚ ਲੈ ਕੇ ਜਾਣਾ। ਤੇ ਫਿਰ ਉਹ ਬੰਦੇ ਨੇ ਤੇ ਉੱਥੇ ਫਿਰ ਗਾਹਾਂ ਜਾ ਕੇ ਮਤਲਬ ਜਦੋਂ ਦਿੱਲੀ ਕੰਨਿਓ ਆਪਾਂ ਐਂਟਰ ਕਰਦੇ ਇੱਧਰ ਨੂੰ ਪੰਜਾਬ ਕੰਨੀ ਨੂੰ, ਉੱਥੇ ਬੈਰੀਕੇਡ ਨਹੀਂ ਲਾਏ ਹੋਏ ਹੈਗੇ, ਮੂਹਰੇ ਲਾਏ ਹੋਏ ਨੇ ਉਹਨਾਂ ਨੇ, ਬੈਰੀਕੇਡ ਲਾਏ ਹੋਏ ਨੇ, ਰਸਤਾ ਬੰਦ ਕੀਤਾ ਹੋਇਆ। ਉੱਥੇ ਆ ਕੇ ਉਹਨਾਂ ਦੀ ਝੜਪ ਹੋ ਗਈ ਜੀ ਪੁਲਿਸ ਵਾਲਿਆਂ ਦੀ ਆਪਸ ਦੇ ਵਿੱਚ, ਜਿਹੜੇ ਦੂਜੇ ਸੀਗੇ ਮਤਲਬ ਜਿਹੜੇ ਬਾਹਰ ਖੜੇ ਸੀ ਬੈਰੀਕੇਡ ਲਾਈ। ਉਹ ਕਹਿੰਦੇ ਵੀ ਬਈ ਵੀ ਅਸੀਂ ਅੰਦਰ ਜਾਣਾ। ਉਹ ਕਹਿੰਦੇ ਵੀ ਕੌਣ ਆ ਵੀ ਤੁਸੀਂ ਵੀ ਪ੍ਰਾਈਵੇਟ ਗੱਡੀ ਲਈ ਫਿਰਦੇ ਹੋ, ਵੀ ਤੁਹਾਡੇ ਵੀ ਮਤਲਬ ਵੀ ਹੈ ਨਾ ਵੀ ਇੱਦਾਂ ਵੀ ਇੱਧਰ ਰਾਹ ਬੰਦ ਕੀਤਾ ਹੋਇਆ, ਵੀ ਇੱਧਰ ਕਿਸੇ ਨੂੰ ਨਹੀਂ ਜਾਣ ਦਿੰਦੇ, ਵੀ ਇਹ ਉੱਪਰੋਂ ਆਰਡਰ ਆਏ ਹੋਏ ਨੇ। ਉਹ ਕਹਿੰਦਾ ਸਾਨੂੰ ਵੀ ਉੱਪਰੋਂ ਆਰਡਰ ਆਏ ਹੋਏ ਨੇ, ਜਿਹੜਾ ਸਾਡੀ ਗੱਡੀ ਵਾਲਾ ਸੀਗਾ ਪੁਲਿਸ ਵਾਲਾ, ਉਹ ਕਹਿੰਦਾ ਸਾਨੂੰ ਵੀ ਉੱਪਰੋਂ ਆਰਡਰ ਆਏ ਹੋਏ ਨੇ ਵੀ ਅਸੀਂ ਵੀ ਇਹ ਕੈਦੀ ਨੂੰ ਉੱਥੇ ਲੈ ਕੇ ਜਾਣਾ, ਵੀ ਇਹ ਕੈਦੀਆਂ ਨੂੰ ਉੱਥੇ ਪੇਸ਼ ਕਰਨਾ, ਵੀ ਵੱਡੇ ਸਾਹਿਬ ਦਾ ਹੁਕਮ ਆਇਆ। ਉਹਨਾਂ ਦੀ ਕੋਈ ਆਪਸ ਦੇ ਵਿੱਚ ਕੋਈ ਝੜਪ ਹੋਈ, ਉਹਨਾਂ ਨੇ ਮਤਲਬ ਅਣਬਣ ਹੋਈ, ਉਹਨਾਂ ਦੀ ਕੋਈ ਗੱਲਬਾਤ ਹੋਈ। ਉਹ ਕਹਿੰਦਾ ਆਪਣਾ ਆਈਡੀ ਪ੍ਰੂਫ ਦਿਖਾ ਜੀ, ਇਹ ਦਿਖਾਓ ਉਹ ਦਿਖਾਓ। ਉਹ ਆਪਣਾ ਆਈਡੀ ਪ੍ਰੂਫ ਦਿਖਾ ਕੇ ਉਹਨਾਂ ਨੇ ਸਾਡੀ ਗੱਡੀ ਕੱਢਤੀ ਜੀ। ਉਹ ਸਿੰਘੂ ਬਾਰਡਰ ਦੇ ਕੋਲ ਦੇ ਵਿੱਚ ਹੀ ਜਾ ਕੇ ਸਾਨੂੰ ਘੁਮਾ ਕੇ ਫੇਰ ਦਿੱਲੀ ਕੰਨੀ ਨੂੰ ਲੈ ਗਏ। ਉੱਥੇ ਜਾ ਕੇ ਜਿਹੜਾ ਮੇਰੇ ਨਾਲ ਦਾ ਬੰਦਾ ਸੀਗਾ, ਉਹ ਬੰਦਾ ਮੈਨੂੰ ਕਹਿ ਰਿਹਾ ਸੀਗਾ, ਕਹਿੰਦਾ ਆਪਾਂ ਇੱਥੇ ਉਤਰ ਜਾਂਦੇ ਹਾਂ ਜਾਂ ਆਪਾਂ ਇੱਥੋਂ ਭੱਜ ਲੈਂਦੇ ਹਾਂ। ਮੈਂ ਕਿਹਾ ਜੇ ਆਪਾਂ ਭੱਜਾਂਗੇ, ਮੈਂ ਕਿਹਾ ਆਪਾਂ ਕਸੂਰਵਾਰ ਕਹਾਵਾਂਗੇ, ਮੈਂ ਕਿਹਾ ਆਪਾਂ ਭੱਜਣਾ ਨਹੀਂ ਹੈਗਾ, ਮੈਂ ਕਿਹਾ ਆਪਾਂ ਕਸੂਰਵਾਰ ਨਹੀਂ ਹੈਗੇ। ਫਿਰ ਕਿੱਥੇ ਲੈ ਕੇ ਗਏ? ਫਿਰ ਸਰ ਸਾਨੂੰ ਉੱਥੇ ਘੁਮਾ ਕੇ ਫਿਰ ਸਾਨੂੰ ਦਿੱਲੀ ਕੰਨੀ ਨੂੰ ਲੈ ਚੱਲੇ ਹੋ ਸੀਗੇ। ਫਿਰ ਜਦ ਸਾਨੂੰ ਦਿੱਲੀ ਕੰਨੀ ਨੂੰ ਲੈ ਚੱਲੇ ਸੀਗੇ ਤੇ ਫਿਰ ਸਰ ਰਸਤੇ ਦੇ ਵਿੱਚ ਉਹਨਾਂ ਨੂੰ ਫੋਨ ਆ ਗਿਆ, ਜਿਹੜਾ ਮੂਹਰੇ ਬੰਦਾ ਬੈਠਾ ਸੀਗਾ, ਮੂਹਰੇ ਪੁਲਿਸ ਵਾਲਾ ਬੈਠਾ ਸੀ, ਉਹਨੂੰ ਫੋਨ ਆਇਆ। ਉਹ ਕਹਿ ਰਿਹਾ ਸੀਗਾ ਪਤਾ ਨਹੀਂ ਉਹ ਕੀ ਦਾ ਗੱਲ ਆਈ। ਉਹ ਕਹਿੰਦਾ ਵੀ ਸਰ ਮੈਂ ਵੀ ਇੱਦਾਂ ਕਰਕੇ ਵੀ ਵੀ ਉਹਨੇ ਸਾਡੇ ਦੋਨੇ ਨਾਂ ਪੁੱਛੇ। ਕਹਿੰਦਾ ਵੀ ਉਹਦਾ ਨਾਮ ਮਿਲਿਆ, ਦੂਜੇ ਬੰਦੇ ਦਾ ਨਾਮ ਸ਼ਾਇਦ ਬਲਜਿੰਦਰ ਸਿੰਘ ਸੀਗਾ, ਹਾਂਜੀ, ਇੱਕ ਬਲਜਿੰਦਰ ਸਿੰਘ ਤੇ ਇੱਕ ਪਰਮਜੀਤ ਸਿੰਘ, ਵੀ ਇਹਨੂੰ ਮੈਂ ਲੈ ਕੇ ਤੁਹਾਡੇ ਕੋਲ ਪਹੁੰਚ ਰਿਹਾ ਵਾਂ। ਤੇ ਉਹ ਫਿਰ ਸਰ ਕਹਿੰਦੇ ਵੀ ਇਹਨਾਂ ਨੂੰ ਤਾਂ ਅਸੀਂ ਬੁਲਾਇਆ ਹੀ ਨਹੀਂ, ਵੀ ਤੁਸੀਂ ਤਾਂ ਕੈਦੀ ਹੋਰ ਚੱਕ ਲਿਆਏ। ਉਹ ਫਿਰ ਉਹ ਪੁਲਿਸ ਵਾਲੇ ਆਪਸ 'ਚ ਗੱਲਾਂ ਕਰਨ ਲੱਗ ਗਏ। ਕਹਿੰਦਾ ਪੰਗਾ ਪੈ ਗਿਆ ਯਾਰ, ਕਹਿੰਦਾ ਮੈਂ ਤਾਂ ਗੱਡੀ 'ਚ ਤੇਲ ਪਾਉਣਾ ਸੀਗਾ ਆਪਦੀ ਦੇ ਵਿੱਚ, ਕਹਿੰਦਾ ਯਾਰ ਛੱਡਤਾ ਤੁਹਾਨੂੰ ਨਹੀਂ। ਤੇ ਫਿਰ ਸਰ ਉਹਨਾਂ ਨੇ ਮਤਲਬ ਗੱਡੀ ਘੁਮਾ ਲਈ ਦੁਬਾਰਾ ਫੇਰ ਬੈਕ ਉੱਥੋਂ, ਜਾਣੀ ਕਿ ਜਦ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਗੱਡੀ ਘੁਮਾ ਲਈ। ਗੱਡੀ ਘੁਮਾ ਕੇ ਲਿਆ ਕੇ ਉਹਨਾਂ ਨੇ ਉੱਥੇ ਜਿੱਥੇ ਸਾਨੂੰ ਰਾਤ ਨੂੰ ਚੱਕਿਆ ਸੀਗਾ, ਉਹ 5 ਸੈਕਟਰ ਦੇ ਵਿੱਚ ਲਿਆ ਕੇ ਸਾਨੂੰ ਉੱਥੇ ਹੀ ਫੇਰ ਖੜੇ ਕਰਤਾ। ਉੱਥੇ ਜਾਣੀ ਖੜੇ ਨਹੀਂ, ਗੱਡੀ ਦੇ ਵਿੱਚ ਹੀ। ਤੇ ਫਿਰ ਸਰ ਅਸੀਂ ਮਤਲਬ ਸ਼ੀਸ਼ੇ ਥੋੜ੍ਹੇ ਜਿਹੇ ਖਿਲਾ ਲਏ। ਤੇ ਫਿਰ ਉਹਨਾਂ ਦੇ ਬੜੇ ਸਾਹਿਬ ਆਏ,
ਜਦ ਉਹਨਾਂ ਦੇ ਬੜੇ ਸਾਹਿਬ ਆਏ, ਉਹਨਾਂ ਨੇ ਆ ਕੇ ਗੱਲਬਾਤ ਕੀਤੀ ਆਪਸ ਦੇ ਵਿੱਚ। ਸਾਨੂੰ ਗੱਲਾਂ ਸੁਣ ਰਹੀਆਂ ਸੀਗੀਆਂ ਉਹਨਾਂ ਦੀਆਂ। ਉਹ ਕਹਿੰਦੇ ਵੀ ਹਾਂਜੀ ਦੱਸੋ ਕੀ ਗੱਲਬਾਤ ਆ, ਵੀ ਇਹ ਕੈਦੀ ਕਿਵੇਂ ਫੜੇ ਹੋਏ ਨੇ। ਉਹ ਕਹਿੰਦੇ ਜੀ ਇੱਦਾਂ ਦਾ ਕਰਕੇ ਵੀ ਅਸੀਂ ਰਾਤ ਕੈਦੀ ਫੜੇ ਨੇ ਇਹ, ਵੀ ਇਹਨਾਂ ਨਾਲ ਕੁੱਟਮਾਰ ਵੀ ਹੋਈ ਆ ਵੀ ਹੋਇਆ, ਸਾਰਾ ਕੁਝ ਹੋਇਆ ਵਾ। ਅਤੇ ਮਤਲਬ ਵੀ ਉਸ ਤੋਂ ਬਾਅਦ ਵੀ ਇਹਨਾਂ ਨਾਲ ਕੁੱਟਮਾਰ ਵੀ ਹੋਈ ਆ, ਵੀ ਇੱਦਾਂ ਦਾ ਕਰਕੇ ਵੀ ਪੇਸ਼ ਕਰਨੇ ਨੇ। ਉਹ ਕਹਿੰਦੇ ਵੀ ਇਹਨਾਂ ਦੀ ਗਲਤੀ ਕੀ ਆ। ਉਹ ਕਹਿੰਦੇ ਵੀ ਕੋਈ ਵੀ ਨਹੀਂ ਹੈਗੀ। ਉਹ ਕਹਿੰਦੇ ਫੜੇ ਕਿਉਂ ਸੀਗੇ। ਉਹ ਕਹਿੰਦੇ ਵੀ ਪਤਾ ਨਹੀਂ ਉਹਨਾਂ ਨੇ ਆਪਸ 'ਚ ਕੀ ਗੱਲਬਾਤ ਕੀਤੀ, ਸਾਨੂੰ ਇੰਨੀ ਗੱਲਬਾਤ ਨਹੀਂ ਸੁਣੀ। ਜਾਣੀ ਕਿ ਫਿਰ ਉੱਥੋਂ ਸਾਨੂੰ ਉਹਨਾਂ ਨੇ ਇੱਕ ਬੰਦਾ ਆ ਕੇ ਮੂਹਰੇ ਵਿੱਚ ਬਹਿ ਗਿਆ ਪੁਲਿਸ ਵਾਲਾ, ਉਹਨੇ ਮੂਹਰੇ ਰਿਵਾਲਵਰ ਰੱਖ ਕੇ ਸਾਨੂੰ ਇੰਨੀ ਗੱਲ ਦੀ ਧਮਕੀ ਜ਼ਰੂਰ ਦਿੱਤੀ ਆ। ਕਹਿੰਦਾ ਆ ਪਿਆ ਰਿਵਾਲਵਰ, ਕਹਿੰਦਾ ਜਾਂ ਤਾਂ ਹੁਣ ਕਹਿੰਦਾ ਇੱਥੋਂ ਜਾਂਦੀ ਸਾਰ ਆਪਣੇ ਕੱਪੜੇ ਚੱਕ ਕੇ ਘਰਾਂ ਨੂੰ ਭੱਜੋ, ਇੱਥੇ ਨਹੀਂ ਤੁਸੀਂ ਰਹਿਣਾ ਹੈਗਾ। ਕਹਿੰਦਾ ਨਾ ਹੀ ਕਿਸੇ ਨੂੰ ਤੁਸੀਂ ਇਹ ਦੱਸਣਾ ਵੀ ਸਾਨੂੰ ਪੁਲਿਸ ਨੇ ਚੱਕਿਆ, ਨਾ ਹੀ ਤੁਸੀਂ ਕਿਸੇ ਨੂੰ ਇਹ ਦੱਸਣਾ ਵੀ ਸਾਡੀ ਕੁੱਟਮਾਰ ਹੋਈ ਆ। ਉੱਥੋਂ ਫਿਰ ਸਾਨੂੰ ਉਹਨਾਂ ਨੇ ਹੀ ਛੱਡਤਾ ਜੀ। ਹਾਂਜੀ, ਉਹਨਾਂ ਨੇ ਸਾਨੂੰ ਛੱਡਤਾ। ਫਿਰ ਘਰ ਆ ਗਏ ਤੁਸੀਂ? ਹਾਂਜੀ, ਫਿਰ ਸਰ ਮਾਤਾ ਕਦੋਂ ਮਿਲੇ, ਕਿੰਨੀ ਤਰੀਕ ਨੂੰ ਤੁਹਾਨੂੰ ਮਿਲੇ? ਮਾਤਾ ਜੀ ਮੈਨੂੰ ਮਿਲੇ ਨੇ ਜੀ, ਮੈਨੂੰ 30 ਤਰੀਕ ਨੂੰ ਮਿਲੇ ਨੇ, 30 ਤਰੀਕ ਨੂੰ ਮਿਲੇ ਨੇ। ਅਤੇ ਮੈਂ ਮਾਤਾ ਨਾਲ ਵੀ ਗੱਲਬਾਤ ਕਰਦੇ ਹਾਂ। ਮਾਤਾ, ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ? ਇਹਨੇ ਬੇਟੇ ਨੇ ਫੋਨ ਕੀਤਾ ਸੀ, ਤੁਹਾਨੂੰ ਫੋਨ ਕੀਤਾ? ਮੇਰੇ ਕੁੜੀ ਨੂੰ ਕੀਤਾ। ਹਾਂ। ਉਹ ਕਹਿੰਦਾ ਵੀ ਐਂ ਕਰਕੇ ਐਂ ਗੱਲ ਹੋ ਗਈ। ਫਿਰ ਸਾਡੇ ਪਿੰਡ ਦੇ ਬੰਦੇ ਗਏ, ਜੱਗੀ ਵਿਚਾਰਾ ਉਹ ਇਹਨੂੰ ਲੈ ਕੇ ਆਇਆ ਬੇਟੇ ਨੂੰ। ਉੱਥੇ ਦਿੱਲੀ ਗਿਆ? ਜਗਜੀਤ ਸਿੰਘ ਮਾਂਗਟ ਜੀ, ਉਰੇ ਦਾ ਹੀ ਬੰਦਾ ਸੀਗਾ ਉਹ। ਫਿਰ ਸਾਡੇ ਪਿੰਡ ਵਾਲਿਆਂ ਨੇ ਭੇਜਿਆ, ਉਹ ਲੈ ਕੇ ਆਇਆ ਜੀ ਇਹਨੂੰ। ਤੁਹਾਡੀ ਬੇਟੀ ਨੇ ਤੁਹਾਨੂੰ ਕੀ ਦੱਸਿਆ ਫਿਰ? ਉਹ ਕਹਿੰਦੀ ਵੀ ਚੇਤੂ ਠੀਕ ਠਾਕ ਆ, ਵੀ ਉਹ ਆਉਂਦੇ ਨੇ। ਮੈਨੂੰ ਹੋਰ ਨਹੀਂ ਕੋਈ ਗੱਲ ਦੱਸੀ ਜੀ ਉਹਨਾਂ ਨੇ। ਜਿਸ ਦਿਨ ਇਹ ਆਇਆ ਉਸ ਦਿਨ ਇਹਦੇ ਹੱਥਾਂ ਪੈਰਾਂ ਤੇ ਸੋਜ ਸੀਗੀ? ਹਾਂਜੀ, ਬਹੁਤ ਜ਼ਿਆਦਾ ਸੀਗੀ ਜੀ। ਤੁਰ ਨਹੀਂ ਸੀ ਹੁੰਦਾ ਇਹ ਤੋਂ, ਹੁਣ ਬਿਲਕੁਲ ਨਹੀਂ ਸੀ ਤੁਰ ਹੁੰਦਾ ਜੀ ਇਹ ਤੋਂ। ਮਤਲਬ ਬਹੁਤ ਸੋਜ ਸੀਗੀ ਜੀ। ਸਿਰ 'ਤੇ ਵੀ ਮਤਲਬ ਜਿਹੜਾ ਖੂਨ ਖਾਨ ਲੱਗਾ ਹੋਇਆ ਸੀ, ਫਿਰ ਲਾਹਿਆ ਜੀ ਮੈਂ ਕੱਪੜੇ ਦੇ ਨਾਲ। ਬਹੁਤ ਔਖਾ ਹੋਣਾ ਤੁਹਾਡੇ? ਹਾਂਜੀ ਹਾਂ, ਔਖਾ ਤਾਂ ਹੁੰਦਾ ਹੀ ਆ ਮਾਂ ਨੂੰ। ਤੁਹਾਨੂੰ ਦੁੱਖ ਹੈ ਵੀ ਉੱਥੇ ਗਿਆ, ਕਿ ਤੁਹਾਨੂੰ ਮਾਣ ਹੈ ਵੀ ਉੱਥੇ ਗਿਆ? ਇਹ ਮਾਣ ਮਹਿਸੂਸ ਹੁੰਦਾ ਜੀ, ਮਾਣ ਮਹਿਸੂਸ ਹੁੰਦਾ ਵੀ ਚਲੋ ਵੀ ਹੋਰਾਂ ਲੋਕਾਂ ਨਾਲ ਵੀ ਤਾਂ ਇੰਨੀ ਹੋਈ ਆ। ਜੇ ਸਾਡਾ ਇੰਨਾ ਯੋਗਦਾਨ ਪੈਣ ਨਾਲ ਵੀ ਵਿਚਾਰੇ ਕਿਸਾਨਾਂ ਦਾ ਕੁਝ ਬਣ ਜਾਵੇ ਤਾਂ ਅਸੀਂ ਬਹੁਤ ਵੱਡੇ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ ਜੀ। ਹੋਰ ਤਾਂ ਅਸੀਂ ਕੀ ਕਹਿ ਸਕਦੇ ਹਾਂ ਜੀ। ਪਰ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਤੁਹਾਡੇ ਪੁੱਤ ਨਾਲ, ਉਹ ਫਿਰ ਹੁਣ ਤੁਸੀਂ ਆਪ ਹੀ ਇਹਦਾ ਰਿਜ਼ਲਟ ਕੱਢ ਲਓ ਜੀ। ਇੰਨਾ ਸਾਨੂੰ ਤਾਂ ਪਤਾ ਨਹੀਂ ਅਨਪੜ੍ਹਾਂ ਨੂੰ, ਹੈ ਨਾ ਜੀ, ਵੀ ਅਸੀਂ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ। ਗੁੱਸਾ ਹੈ ਤੁਹਾਡੇ ਮਨ 'ਚ? ਗੁੱਸਾ ਜ਼ਰੂਰ ਆ ਜੀ, ਗੁੱਸਾ ਬਹੁਤ ਜ਼ਿਆਦਾ ਆ, ਪਰ ਅਸੀਂ ਕੁਛ ਕਰ ਨਹੀਂ ਸਕਦੇ ਕਿਉਂਕਿ ਗਰੀਬੀ ਨੇ ਦੱਬੇ ਹੋਏ ਆ ਜੀ। ਕੱਲ੍ਹ ਨੂੰ ਮੇਰੇ 'ਚ ਇਹਦੇ 'ਚ ਮਗਰ ਤੁਰਨ ਦੀ ਮੇਰੇ 'ਚ ਗੁੰਜਾਇਸ਼ ਹੀ ਨਹੀਂ ਜੀ। ਨਹੀਂ ਤਾਂ ਗੁੱਸਾ ਅਸੀਂ ਕੱਢ ਵੀ ਲਈਏ ਜੀ। ਗੁੱਸਾ ਤਾਂ ਦੇਖੋ ਜੀ ਨਿਕਲਦਾ ਪੈਸੇ ਦੇ ਜ਼ੋਰ 'ਤੇ, ਜਾਂ ਆਪਾਂ ਅਮੀਰ ਹੋਈਏ ਵੀ ਅਸੀਂ ਕੀਲਾ ਵੇਚ ਕੇ ਲਾ ਦਿੰਦੇ ਜੀ, ਸਾਨੂੰ ਪਤਾ 2 ਬਿੱਗੇ ਮਸਾ ਜ਼ਮੀਨ ਆਉਂਦੀ ਆ। 2 ਬਿੱਗੇ ਜ਼ਮੀਨ ਆਉਂਦੀ? ਹਾਂਜੀ, ਉਹ ਵੀ ਪਤਾ ਨਹੀਂ ਆਉਣੀ ਆ, ਪਤਾ ਨਹੀਂ ਆਉਣੀ ਜੀ। ਸਾਡੇ 4-5 ਹਿੱਸੇ ਪੈਣੇ ਨੇ ਉਹਦੇ 'ਚ ਵੀ। ਮੇਰੇ ਘਰ ਵਾਲੇ ਮੇਰੇ ਸਿਰ 'ਤੇ ਹੁੰਦਾ, ਮੈਂ ਕੁਛ ਮਰਜ਼ੀ ਕਰ ਸਕਦੀ ਸੀ। ਇਹ ਰੋ ਪੈਂਦਾ ਹੁਣ ਵੀ ਯਾਦ ਕਰਕੇ? ਬਹੁਤ ਜ਼ਿਆਦਾ ਰੋਂਦਾ ਜੀ। ਰਾਤ ਨੂੰ ਉੱਠ ਕੇ ਰੋਈ ਜਾਂਦਾ। ਰਾਤ ਨੂੰ ਉੱਠਦਾ ਵੀ ਮੈਨੂੰ ਮੰਮੀ ਡਰ ਲੱਗਦਾ, ਮੇਰੇ ਨਾਲ ਪੈ ਜਾ। ਮਾਣ ਵੀ ਮਹਿਸੂਸ ਆ, ਮਾਣ ਮਹਿਸੂਸ ਆ। ਹੁਣ ਮਾਣ ਐਕਣ ਮਨ ਸਮਝਾ ਲੈਂਦੇ ਜੀ ਬਈ ਕਈ ਮਾਵਾਂ ਦੇ ਪੁੱਤ ਬਿਲਕੁਲ ਨਹੀਂ ਵਿਛੜ ਕੇ ਵਿਚਾਰੀਆਂ, ਉਹ ਕੀ ਕਰਨ ਵੀ ਚੱਲ ਮੈਨੂੰ ਤਾਂ ਮੇਰਾ ਫੇਰ ਰੱਬ ਨੇ ਜਿਹੋ ਜਿਹਾ ਹੈਗਾ ਮੋੜਤਾ। ਤਕੜੇ ਰਹੋ, ਹੌਸਲੇ 'ਚ ਰਹੋ। ਨਹੀਂ, ਹੌਸਲੇ 'ਚ ਤਾਂ ਹੈਗਾ ਜੀ। ਜਦੋਂ ਤੁਹਾਡੇ ਵਰਗੇ ਭੈਣ ਭਾਈਆਂ ਦਾ ਸਾਥ ਆ ਨਾਲ, ਅਸੀਂ ਹੌਸਲੇ 'ਚ ਹੀ ਹਾਂ ਜੀ, ਕਿ ਨਹੀਂ ਜੀ। ਇਹ ਤਾਂ ਪਹਿਲਾਂ ਹੀ ਨਹੀਂ ਜੀ ਵਿਚਾਰਾ, ਹੁਣ ਕਿਤੇ ਕੰਮ 'ਤੇ ਲੱਗਣਾ ਸੀ ਜੀ, ਹੁਣ ਇਹਨੇ ਆ ਕੇ ਉੱਥੋਂ, ਹੁਣ ਤਾਂ 3-4 ਮਹੀਨੇ ਲਈ ਮੰਜੇ 'ਤੇ ਬਹਿ ਗਿਆ ਜੀ। ਇਹ ਬਿੱਲ ਰੱਦ ਕਰਾ ਕੇ ਆਉਣਾ ਚਾਹੀਦਾ ਹੁਣ ਲੱਗਦਾ ਤੁਹਾਨੂੰ? ਹਾਂਜੀ, ਬਿੱਲ ਤਾਂ ਰੱਦ ਹੋਣੇ ਚਾਹੀਦੇ ਨੇ। ਜੇ ਬਿੱਲ ਰੱਦ ਨਾ ਹੋਏ ਜੀ, ਚਾਹੇ ਸਾਡੇ ਨਾਲ ਕੁਛ ਵੀ ਹੋ ਜਾਵੇ, ਅਸੀਂ ਮਾਂ ਪੁੱਤ ਫਿਰ ਵੀ ਜਾਵਾਂਗੇ ਜੀ। ਜਾਓਗੇ? ਹਾਂਜੀ। ਤਾਂ ਇਹ ਇਮੋਸ਼ਨ ਨੇ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਕੀਤਾ ਗਿਆ, ਔਰ ਕੁਛ ਕਹਿਣ ਲਾਇਕ ਹੋਰ ਨਹੀਂ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਸਿਮਰਨਜੋਤ ਸਿੰਘ ਮੱਕੜ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।